ਮੇਰਾ ਫਾਦਰ ਇਜ਼ ਅ ਕਰੂਸੇਡਰ, ਹੀ ਇਜ਼ ਅ ਵਿਸਲ ਬਲੋਅਰ। ਉਹਨਾਂ ਨੇ ਤਾਂ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਹੈ। ਗ੍ਰੈਂਡਫਾਦਰ ਤੇ ਮੇਰੇ ਫਾਦਰ ਨੂੰ ਔਰ ਮੇਰੀ ਫੈਮਿਲੀ ਨੂੰ ਸਿਆਸਤ ਵਿੱਚ 50 ਸਾਲ ਹੋ ਗਏ। ਜੇ ਅਸੀਂ ਕਿਸੇ ਤਰ੍ਹਾਂ ਦਾ ਵੀ ਘਪਲਾ ਜਾਂ ਕੋਈ ਚੋਰੀ ਕਰਦੇ ਹੁੰਦੇ, ਸਪੋਜ਼ ਕਰੋ, 50 ਸਾਲ ਪੰਜਾਬ ਦੇ ਲੋਕਾਂ ਨੇ ਸਾਨੂੰ ਜੀਣ ਨਹੀਂ ਦੇਣਾ ਸੀ। ਮਨੀ ਲਾਂਡਰਿੰਗ ਐਕਟ, ਇਹਦੇ 'ਚ ਮੈਂ ਤੁਹਾਨੂੰ ਦੱਸਦਾ, ਮੇਰੇ ਫਾਦਰ ਦੇ ਖਿਲਾਫ ਕੋਈ FIR ਨਹੀਂ ਹੈ, ਸਾਡਾ ਕਿਸੇ ਚਲਾਨ 'ਚ ਨਾਮ ਨਹੀਂ ਹੈ। ਅਜਮੇਰ ਨੇ ਕਿਹਾ ਸੀਗਾ ਕਿ ਪੋਲੀਟੀਕਲ ਇਨਫਲੂਐਂਸ ਦੇ ਚੱਲਦਿਆਂ FIR ਕਰਨ ਨਹੀਂ ਦਿੱਤੀ ਗਈ। ਜਿਮਨੀ ਨੰਬਰ 5 'ਚ ਬਕਾਇਦਾ ਤੌਰ ਤੇ ਖਹਿਰਾ ਸਾਹਿਬ ਦਾ ਨਾਮ ਸੀ। ਨੋ ਕਿਹਾ ਜਾ ਰਿਹਾ ਕਿ SP ਅਜਮੇਰ ਨੇ ਇਹ ਗੱਲ ਕਹੀ ਸੀ ਕਿ ਮੈਂ SSP ਨੂੰ ਵੀ ਦੱਸਿਆ ਪਰ ਮੈਨੂੰ FIR ਦਰਜ ਨਹੀਂ ਕਰਨੀ। ਨੋ ਇੱਕ ਹੋਰ ਟਾਈਮ ਲਾਈਨ ਹੈ, ਮੇਰੀ ਗੱਲ ਮਿਸ ਹੋ ਚੱਲੀ ਸੀ। ਥੈਂਕ ਯੂ। 26 ਜਨਵਰੀ 2021 ਨੂੰ ਪਰੇਡ ਹੁੰਦੀ ਹੈ, ਰੈਲੀ ਹੁੰਦੀ ਹੈ ਕਿਸਾਨ ਮੋਰਚੇ ਦੀ। ਨਵਰੀਤ ਸਿੰਘ ਡਿਬਡਿਬਾ ਨੌਜਵਾਨ ਦੇ ਮੂੰਹ ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਦਿੱਲੀ ਪੁਲਿਸ ਵੱਲੋਂ। ਇੱਕ ਨੌਜਵਾਨ ਨੂੰ ਦਿਨ ਦਿਹਾੜੇ ਪੁਲਿਸ ਵੱਲੋਂ ਮਰਡਰ ਕੀਤਾ ਜਾਂਦਾ। ਮੇਰੇ ਫਾਦਰ ਨੇ ਉਹ ਫਾਈਟ ਹਾਈ ਕੋਰਟ ਤੱਕ ਲੜੀ, ਜੁਡੀਸ਼ੀਅਲ ਪ੍ਰੋਬ, ਜੁਡੀਸ਼ੀਅਲ ਇਨਕੁਆਇਰੀ ਮਾਂ ਕਰਵਾਈ ਉਹਦੇ ਵਿੱਚ। ਸਰਕਾਰ ਦੇਖੋ, ਯੂਨੀਅਨ ਜਦ ਵੱਡੀਆਂ ਦਿੱਲੀ ਦੀਆਂ ਸਰਕਾਰਾਂ, ਹੁਕੂਮਤਾਂ ਨੇ ਨਾ, ਐਂਡ ਆਈ ਡੋਂਟ ਮੀਨ ਆਮ ਆਦਮੀ ਪਾਰਟੀ, ਮੈਂ ਮੇਰੀ BJP ਮੇਰਾ ਮਤਲਬ, ਉਹ ਆਪਣੇ ਇਮੇਜ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਜਿੱਥੇ ਉਹ ਦੇਖਦੇ ਕਿ ਸਾਡਾ ਪਰਦਾ ਫਾਸ਼ ਹੋਊਗਾ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੇਰੇ ਫਾਦਰ ਨੇ ਇਸ ਤੋਂ ਇਲਾਵਾ ਯੂਆਪਾ, ਅਨਦਰ ਇੱਕ ਹੋਰ ਕਾਲਾ ਕਾਨੂੰਨ, ਜਿਹਦੇ ਵਿੱਚ ਤੁਹਾਨੂੰ ਰਿਮਾਂਡ ਤੋਂ ਬਾਅਦ ਤੁਹਾਨੂੰ ਪੇਸ਼ ਨਹੀਂ ਕੀਤਾ ਜਾਂਦਾ ਕਿਸੇ ਕੋਰਟ ਵਿੱਚ ਕਈ ਮਹੀਨੇ, ਟਾਡਾ ਦਾ ਨਵਾਂ ਵਰਜ਼ਨ ਇਹਨੂੰ ਮੰਨਿਆ ਜਾਂਦਾ। ਮੇਰੇ ਫਾਦਰ ਨੇ ਦੂਰ ਜਾ ਕੇ ਪੰਜਾਬੀ ਨੌਜਵਾਨਾਂ ਨੂੰ ਬਚਾਇਆ। ਇੱਕ ਐਸਾ ਸਬੂਤ ਸਾਡੇ ਹਲਕੇ ਵਿੱਚ ਜੋਗਿੰਦਰ ਸਿੰਘ ਜੀ ਗੁੱਜਰ, ਉਹਨਾਂ ਨੂੰ ਜੇਲ੍ਹ ਚੋਂ ਕਢਵਾਇਆ ਉਹਨਾਂ ਦਾ ਇਸ਼ੂ ਰੇਕਅਪ ਕਰਕੇ। ਸੋ ਜਦ ਤੁਸੀਂ BSF ਦਾ ਇਸ਼ੂ ਕੀਤਾ, ਉਹਨਾਂ ਨੇ ਚੱਕਿਆ, ਮੈਂ ਭੁੱਲ ਗਿਆ ਸੀ, ਸੌਰੀ। 26 ਆਪਾਂ ਨਵਰੀਤ ਸਿੰਘ ਦੀ ਡੈਥ ਦੀ, ਮਰਡਰ ਦੀ ਗੱਲ ਕਰਦੇ ਹਾਂ। 26 ਤਰੀਕ ਨੂੰ ਉਹਨਾਂ ਦਾ ਮਰਡਰ ਕੀਤਾ ਜਾਂਦਾ, ਮੈਂ ਡੈਥ ਨਹੀਂ ਕਹੂੰਗਾ, ਮਰਡਰ। 26 ਜਨਵਰੀ 2021 ਨੂੰ ਇਹ ਵਾਰਦਾਤ ਹੋਈ ਹੈ। ਇੱਕ ਮਹੀਨੇ ਬਾਅਦ ਸਾਡੇ ਘਰ ਰੇਡ ਪੈ ਜਾਂਦੀ ਹੈ। ਕ੍ਰੋਨੋਲੋਜੀ ਸਮਝੋ ਸਰ, ਇਟ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਵਾਈ ਦਿਸ ਹੈਜ਼ ਹੈਪਨਡ। ਪਾਲ ਸਿੰਘ ਖਹਿਰਾ ਚਿਹਰਾ ਬਣਾਏ ਜਾ ਰਿਹਾ, ਮੁੱਦੇ ਨੂੰ ਹਾਈਪਗ੍ਰੇਡ ਕੀਤੀ ਜਾ ਰਹੀ ਹੈ। ਪੋਲੀਟੀਕਲ ਮਾਈਲੇਜ ਫੈਮਿਲੀ ਵੀ ਲੈ ਰਹੀ ਹੈ। ਮਹਿਤਾਬ ਕਹਿੰਦੇ ਪੋਲੀਟੀਕਲ ਮਾਈਲੇਜ ਲੈ ਰਿਹਾ। ਆਪਣੇ ਫਾਦਰ ਨੂੰ ਜੇਲ੍ਹ ਭੇਜ ਕੇ ਕੋਈ ਪੋਲੀਟੀਕਲ ਮਾਈਲੇਜ ਜੇ ਕੋਈ ਲੈਂਦਾ, ਉਹ ਇਜ਼ ਨਾਟ ਅ ਵੈਰੀ ਸਮਾਰਟ ਪੋਲੀਟੀਸ਼ੀਅਨ। ਲਿਆ ਕਿ ਮੇਰੇ ਫਾਦਰ ਨੇ ਮੈਨੂੰ ਮੈਸੇਜ ਭਿਜਵਾਇਆ ਕਿ ਉਹਨਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ, ਬਦਸਲੂਕੀ ਕੀਤੀ ਜਾ ਰਹੀ ਹੈ। ਰਿਮਾਂਡ ਦਾ 5ਵਾਂ ਜਾਂ 6ਵਾਂ ਦਿਨ ਸੀ। ਉਹਨਾਂ ਨੂੰ ਇੱਕ ਪੁਲਿਸ ਆਫੀਸਰ ਨੇ ਆ ਕੇ, ਚੰਡੀਗੜ੍ਹ ਪੁਲਿਸ ਆਫੀਸਰ ਨੇ ਆ ਕੇ ਕਿਹਾ ਕਿ ਤੁਸੀਂ ਆਪਣਾ ਕੜਾ ਉਤਾਰੋ। ਜੇ ਤੱਕ ਇਹ ਇਸ਼ੂ ਸੀ ਤਾਂ ਪਹਿਲੇ ਦਿਨ ਇਹ ਇਸ਼ੂ ਬਣਨਾ ਚਾਹੀਦਾ ਸੀ ਕਿ ਤੁਸੀਂ ਨਹੀਂ ਪਾ ਸਕਦੇ। ਕਿਸੇ ਨਾ ਕਿਸੇ ਬਦਸਲੂਕੀ ਕੀਤੀ ਗਈ ਸਰ। ਮੇਰੇ ਫਾਦਰ ਕ੍ਰਿਮੀਨਲ ਨਹੀਂ ਹੈ। ਭਾਵੁਕ ਹੋ ਜਾਂਦਾ ਕਿ ਯਾਰ ਇੰਨੇ ਮਾੜੇ ਟਾਈਮ ਵਿੱਚ ਵੀ ਸਾਡੇ ਨਾਲ ਲੋਕ ਖੜਦੇ ਨੇ। ਮੈਂ ਸੜਕ ਜਾ ਰਿਹਾ ਹੁੰਦਾ, ਲੋਕ ਮੈਨੂੰ ਰੋਕ ਕੇ ਥਾਪੀ ਦਿੰਦੇ ਨੇ ਕਿ ਯਾਰ ਲੱਗਾ ਰਿਹਾ ਮਹਿਤਾਬ। ਵਿਰੋਧੀਆਂ ਦਾ ਮੇਰੇ ਕੋਲ ਹਜੇ ਮੈਂ ਨਹੀਂ ਉਹਨਾਂ ਨੂੰ ਜਵਾਬ ਦੇਣਾ। ਲੋਕ ਉਹਨਾਂ ਨੂੰ ਆਪਣੇ ਆਪ ਜਵਾਬ ਦੇ ਰਹੇ ਨੇ ਫੇਸਬੁੱਕ ਪੋਸਟਾਂ ਤੇ। ਮੈਨੂੰ ਪਤਾ ਤੁਸੀਂ ਕਿਹਨਾਂ ਦੀ ਗੱਲ ਕਰਦੇ ਹੋ। ਮੈਂ ਉਸ ਗੰਦੀ ਲੜਾਈ 'ਚ ਨਹੀਂ ਹਜੇ ਪੈਣਾ ਚਾਹੁੰਦਾ। ਮਨੀ ਲਾਂਡਰਿੰਗ ਵਾਲਾ ਕੇਸ ਹੈਗਾ, ਲਹਿੰਗਿਆਂ ਤੇ ਸਵਾਲ ਖੜਾ ਹੁੰਦਾ, ਡਿਜ਼ਾਈਨਰਾਂ ਤੇ ਸਵਾਲ ਖੜਾ ਹੁੰਦਾ। ਇਹਦੇ ਤੇ ਤੁਹਾਡਾ ਕੀ ਪੱਖ ਹੈਗਾ ਕਿ ਕਹਿੰਦੇ ਇੱਕ ਪਾਸੇ ਖਹਿਰਾ ਸਾਹਿਬ ਕਹਿੰਦੇ ਕਿ ਅਸੀਂ ਕਰਜ਼ਾਈ ਬਹੁਤ ਹੈ, ਸਾਡੇ ਸਿਰ ਤੇ ਕਰਜ਼ਾ ਬਹੁਤ ਹੈਗਾ, ਦੂਸਰੇ ਪਾਸੇ ਕਹਿੰਦੇ ਲੱਖਾਂ ਦੇ ਲਹਿੰਗੇ ਤੇ ਇੰਨੀ ਮਹਿੰਗੀ ਸ਼ਾਪਿੰਗ ਇੱਕ ਆਮ ਜ਼ਿਮੀਂਦਾਰ ਦੇ ਲਈ ਫਿਰ ਸੰਭਵ ਕਿਵੇਂ ਹੈ? ਵਿਆਹ ਕਰਨ ਵਾਸਤੇ ਅਸੀਂ ਆਪਣੀ ਜ਼ਮੀਨ ਤੇ ਲਿਮਿਟ ਚੱਕੀ, ਕੈਸ਼ ਕ੍ਰੈਡਿਟ ਲਿਮਿਟ ਜਿਹਨੂੰ ਆਪਾਂ ਕਹਿੰਦੇ, 1 ਕਰੋੜ ਰੁਪਏ ਦਾ ਲੋਨ, ਠੀਕ ਹੈ। ਜਦੋਂ ਅਸੀਂ ਖਰਚਾ ਕਰਦੇ ਸੀ, ਮੇਰੇ ਫਾਦਰ ਲਿਖਦੇ ਸੀ, ਤੁਸੀਂ ਵੀ ਸਾਰੇ ਆਪਾਂ ਲਿਖਦੇ ਹਾਂ ਕਿ ਯਾਰ ਇਹ ਇੰਨਾ ਐਸਟੀਮੇਟ ਹੈ, ਚਲੋ ਇੰਨਾ ਖਰਚਾ ਹੋ ਸਕਦਾ ਹੈ ਜਾਂ ਹੋ ਗਿਆ। ਉਹ ਡਾਇਰੀ ਮੇਨਟੇਨ ਕੀਤੀ, ਉਹ ਡਾਇਰੀ ਰਿਕਵਰ ਹੋਈ। ਡਾਇਰੀ ਆਪਣੇ ਆਪ ਵਿੱਚ ਇਨਫ ਐਵੀਡੈਂਸ ਨਹੀਂ ਹੈ ਕਿ ਤੁਸੀਂ ਕੁਝ ਗਲਤ ਕੀਤਾ। ਇਹਦਾ ਵੀ ਜਵਾਬ ਮੈਂ ਤੁਹਾਨੂੰ ਦੱਸ ਰਿਹਾ, ਹਰ ਇੱਕ ਗੱਲ ਦਾ ਜਵਾਬ ਹੈ। 19 'ਚ ਮੇਰਾ ਵਿਆਹ ਹੋਇਆ, 1 ਕਰੋੜ ਰੁਪਏ ਦਾ ਲੋਨ, 16 'ਚ 1 ਕਰੋੜ ਰੁਪਏ ਦਾ ਲੋਨ ਮੇਰੇ ਵਿਆਹ ਵਾਸਤੇ, ਬਿਕੋਜ਼ ਇਹ ਆਪਣੀ ਸੁਸਾਇਟੀ ਦੇ ਸਰ ਕੀ ਕਹਿੰਦੇ ਹੁੰਦੇ ਉਹਨਾਂ ਨੂੰ, ਇੱਕ ਕਸਟਮ ਹੈ ਕਿ ਤੁਸੀਂ ਚਲੋ ਆਪਾਂ ਪੰਜਾਬੀ ਵਿਆਹ ਹੈ, ਬਿਗ ਫੈਟ ਵੈਡਿੰਗ ਉਹਦਾ ਹੁੰਦਾ। ਸੋ 1 ਕਰੋੜ ਰੁਪਏ ਦਾ ਉਦੋਂ ਲਿਆ ਲੋਨ। 1 ਕਰੋੜ ਰੁਪਏ ਦਾ ਅਸੀਂ ਘਰ ਦੀ ਰੈਨੋਵੇਸ਼ਨ ਕਰਨੀ ਸੀ। 3 ਕਰੋੜ ਰੁਪਏ ਦਾ ਲੋਨ, ਜੋ ਵੀ ਖਰਚਾ ਕੀਤਾ ਉਹਨੂੰ ਨੋਟ ਕਰ ਲਿਆ। ਉਹਨਾਂ ਨੇ ਡਾਇਰੀਆਂ ਚੱਕ ਲੀਆਂ। ਡਾਇਰੀਆਂ ਚੱਕ ਕੇ ਉਹ ਕਹਿੰਦੇ ਨੇ ਕਿ ਤੁਹਾਡਾ ਇਹ ਜੋ ਪੈਸਾ ਤੁਸੀਂ ਖਰਚ ਕੀਤਾ, ਇਹ ਉਹ ਮਨੀ ਹੈ, ਦਿਸ ਇਜ਼ ਡਰੱਗ ਮਨੀ। PMLA ਨੂੰ ਪ੍ਰੋਸੀਡਸ ਆਫ ਕ੍ਰਾਈਮ ਚਾਹੀਦੇ ਆ, ਪ੍ਰੋਸੀਡਸ ਆਫ ਕ੍ਰਾਈਮ। ਔਰ ਇਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ NDPS ਦਾ ਕੇਸ ਹੈ, ਉੱਥੋਂ ਤੁਹਾਨੂੰ ਕਦੀ ਕੈਸ਼ ਆਇਆ ਤਾਂ ਤੁਸੀਂ ਉਹਦੇ ਨਾਲ ਵਿਆਹ ਕੀਤਾ। ਇਹ ਸਾਰਾ ਸਰ ਝੂਠ ਹੈ। ਇਹ ਸਾਰੀ ਗੱਲ ਦੀ
ਬੈਂਕ ਸਟੇਟਮੈਂਟਸ ਨੇ ਸਰ, ਲੋਨ ਜੋ ਵੀ ਲੋਨ ਦੀ ਲੋਨ ਸਟੇਟਮੈਂਟ ਹੁੰਦਾ ਹੈ, ਕੁਝ ਇਹਨੂੰ ਕਹਿੰਦੇ ਆ, ਅਸੀਂ ਉਹ ਸਾਰਾ ਕੁਝ ਪ੍ਰੋਵਾਈਡ ਕਰ ਚੁੱਕੇ ਹਾਂ। ਮਨੀ ਲਾਂਡਰਿੰਗ ਦੇ ਮਾਮਲੇ 'ਚ ਕਾਂਗਰਸ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਬੀਤੇ ਦਿਨ ਈਡੀ ਦੇ ਵੱਲੋਂ ਅਰੈਸਟ ਕੀਤਾ ਗਿਆ। ਪਹਿਲਾਂ ਸੁਖਪਾਲ ਸਿੰਘ ਖਹਿਰਾ ਦਾ ਰਿਮਾਂਡ ਲਿਆ ਗਿਆ, ਉਸ ਤੋਂ ਬਾਅਦ ਫਿਰ ਰਿਮਾਂਡ ਮੁੱਕਣ ਤੋਂ ਬਾਅਦ ਦੂਸਰੇ ਰਿਮਾਂਡ ਦੇ ਲਈ ਰਿਕੁਐਸਟ ਕੀਤੀ ਗਈ, ਪਰ ਕੋਰਟ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਖਹਿਰਾ ਲਗਾਤਾਰ ਆਪਣਾ ਪੱਖ ਰੱਖ ਰਹੇ ਨੇ, ਆਪਣੇ ਫਾਦਰ ਦਾ ਪੱਖ ਰੱਖ ਰਹੇ ਨੇ। ਖਹਿਰਾ ਪਰਿਵਾਰ ਦਾ ਕਹਿਣਾ ਹੈ ਕਿ ਇਹ ਵੈਂਡਾਟਾ ਪੋਲਿਟਿਕਸ ਹੋ ਰਹੀ ਹੈ, ਚੋਣਾਂ ਦੇ ਨੇੜੇ ਆ ਕੇ ਜਾਣਬੁੱਝ ਕੇ ਹੋ ਰਿਹਾ ਹੈ। ਮਹਿਤਾਬ ਲਗਾਤਾਰ ਆਪਣੇ ਫਾਦਰ ਦੇ ਵੱਲੋਂ ਆਪਣੇ ਤੱਥ ਪੇਸ਼ ਕਰ ਰਹੇ ਨੇ। ਇਸ ਵਕਤ ਜਗਬਾਣੀ ਦੇ ਸਟੂਡੀਓ 'ਚ ਮਹਿਤਾਬ ਸਿੰਘ ਖਹਿਰਾ ਜਿਹੜੇ ਕਿ ਐਡਵੋਕੇਟ ਨੇ, ਸੁਖਪਾਲ ਸਿੰਘ ਖਹਿਰਾ ਦੇ ਸਪੁੱਤਰ ਨੇ, ਉਹ ਮੌਜੂਦ ਨੇ। ਉਹਨਾਂ ਦੇ ਨਾਲ ਇਸ ਪੂਰੇ ਕੇਸ ਦੇ ਬਾਬਤ ਗੱਲਬਾਤ ਕਰਾਂਗੇ। ਮਹਿਤਾਬ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ। ਸਭ ਤੋਂ ਪਹਿਲਾਂ ਮਹਿਤਾਬ, ਕੀ ਲੱਗਦਾ ਤੁਹਾਨੂੰ, ਇਹ ਕੋਈ ਕਨਸਪੀਰੇਸੀ ਹੈਗੀ ਹੈ? ਤੁਹਾਡਾ ਪਰਿਵਾਰ ਕੀ ਸੋਚਦਾ? ਤੁਹਾਡਾ ਫਸਟ ਰਿਐਕਸ਼ਨ ਕੀ ਸੀ ਜਦੋਂ ਇਹ ਹੋਇਆ? ਰਮਨ ਜੀ, ਇਹ 100% ਨਹੀਂ, 1,00,000% ਬਦਲਾਖੋਰੀ ਹੈ, ਪੋਲੀਟੀਕਲ ਵੈਂਡੇਟਾ ਹੈ। ਇਹ ਜੋ ਕੇਸ ਹੈ, ਇਹ ਤਾਂ ਸਾਡਾ ਜੋ ਘਰ ਦੇ ਅੰਦਰ ਰੇਡ ਕੀਤਾ ਗਿਆ, ਛਾਪਾ ਮਾਰਿਆ ਗਿਆ, ਤੁਸੀਂ ਸਾਰੇ ਉਸ ਟਾਈਮ ਕਵਰ ਵੀ ਕੀਤਾ, ਮੈਨੂੰ ਯਾਦ ਹੈ, 9 ਮਾਰਚ 2021 ਨੂੰ ਹੁੰਦਾ। ਤੁਸੀਂ ਸਮਾਂ ਦੇਖੋ, ਟਾਈਮਿੰਗ ਦੇਖੋ, ਅੱਜ ਆਪਾਂ ਨਵੰਬਰ 'ਚ ਹੈ, ਇਲੈਕਸ਼ਨਾਂ ਤੋਂ 2 ਜਾਂ 3 ਮਹੀਨੇ ਪਹਿਲੇ, ਤੇ ਜੇ ਕੋਈ ਅਰੈਸਟ ਕਰਨੀ ਸੀ ਜਾਂ ਐਸੀ ਕੋਈ ਗੱਲ ਹੁੰਦੀ ਤਾਂ ਉਹਨਾਂ ਨੂੰ 9 ਮਾਰਚ ਜਾਂ 10 ਮਾਰਚ ਨੂੰ ਸਾਨੂੰ ਅਰੈਸਟ ਕਰਦੇ। ਸਾਨੂੰ ਸਮਨ ਕੀਤਾ ਗਿਆ ਮੇਰੇ ਫਾਦਰ ਨੂੰ। ਮੇਰੇ ਫਾਦਰ ਉੱਥੇ ਆਪ, ਜੇ ਮੈਂ ਗਲਤ ਨਾ ਹੋਵਾਂ, ਤੇ 11 ਜਾਂ 12 ਵਾਰ ਪੇਸ਼ ਹੋਏ। ਸੋ ਮਚ ਸੋ ਕਿ 12ਵੀਂ ਵਾਰ ਜਦੋਂ ਅਰੈਸਟ ਹੋਏ ਨੇ, ਉਸ ਦਿਨ ਦੇ ਉਹਨਾਂ ਦੇ ਸਮਨ ਨਹੀਂ ਸੀ। ਮੇਰੇ ਫਾਦਰ ਆਪ ਵੋਲੰਟੈਰੀਲੀ ਉੱਥੇ ਗਏ, ਮੈਂ ਡ੍ਰੌਪ ਕਰਕੇ ਆਇਆ ਉਹਨੂੰ 18 ਸੈਕਟਰ ਜੀ। ਸੋ ਇਸ ਤੋਂ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਸੇ ਦੀ ਸਾਜ਼ਿਸ਼ ਹੈ, ਕੋਈ ਰੀਜ਼ਨ ਹੈ ਕਿ ਇਹ ਟਾਈਮਿੰਗ ਇਸ ਸਮਾਂ ਇਹ ਚੂਜ਼ ਕੀਤਾ ਗਿਆ ਹੈ। ਕੌਣ ਲੱਗਦਾ ਤੁਹਾਨੂੰ ਇਹਦੇ ਮਗਰ? ਦੇਖੋ, ਹਜੇ ਮੇਰਾ ਸਾਰਾ ਫੋਕਸ ਜੋ ਹੈ ਇਸ ਲੀਗਲ ਪ੍ਰੋਸੈਸ ਦੇ ਵਿੱਚ ਹੈ, ਔਰ ਆਪਣਾ ਜੋ ਮੇਰਾ ਪਰਿਵਾਰ ਹੈ ਭਲਾਥ ਹਲਕਾ, ਉਹਦੇ ਅੰਦਰ ਹੈ। ਮੇਰਾ ਸਹੀ ਟਾਈਮ ਆਉਣ 'ਤੇ ਤੁਹਾਡੇ ਸਾਹਮਣੇ ਮੈਂ ਤੱਥ ਪੇਸ਼ ਕਰੂੰਗਾ। ਤੁਸੀਂ ਬੇਸ਼ੱਕ ਮਹਿਤਾਬ ਕਿਸੇ ਨੂੰ ਕੋਟ ਨਾ ਕਰੋ, ਪਰ ਸਿਆਸੀ ਤੌਰ ਤੇ ਜਾਂ ਪੱਤਰਕਾਰ ਭਾਈਚਾਰੇ ਦੇ ਅੰਦਰ ਇਹ ਚਰਚਾ ਬਹੁਤ ਵੱਡੇ ਪੱਧਰ ਤੇ ਚੱਲਦੀ ਹੈ ਕਿ ਤੁਹਾਡੀ ਪਾਰਟੀ ਦੇ ਅੰਦਰੋਂ ਕਿਤੇ ਨਾ ਕਿਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਇਸ ਤਰ੍ਹਾਂ ਦੀ ਸਾਜ਼ਿਸ਼ ਹੋਈ ਆ, ਔਰ ਖਹਿਰਾ ਵੀ ਕਹਿੰਦੇ ਨੇ ਕਿ ਮੇਰੇ ਆਪਣਿਆਂ ਨੇ ਹੀ ਕੁਝ ਨਾ ਕੁਝ ਕੀਤਾ ਹੈ। ਤਾਂ ਕੀ ਲੱਗਦਾ ਹੈ ਕਿ ਕਾਂਗਰਸ ਦੇ ਸਟੈਂਡ ਨੂੰ ਲੈ ਕੇ ਵੀ ਬਹੁਤ ਵੱਡੇ ਸਵਾਲ ਹੋ ਰਿਹਾ ਕਿ ਸੀਐਮ ਵੀ ਨਹੀਂ ਬੋਲਦੇ ਹੈ, ਬਾਕੀ ਲੀਡਰ ਵੀ ਨਹੀਂ ਬੋਲਦੇ? ਸਰ ਦੇਖੋ, ਮੈਂ ਕੋਈ ਸਿਆਸੀ ਬੰਦਾ ਨਹੀਂ ਹਾਂ, ਮੇਰੇ ਮੂੰਹ 'ਚ ਤੁਸੀਂ ਇਦਾਂ ਦੀ ਗੱਲ ਨਾ ਮੈਂ ਕਰ ਸਕਦਾ ਹਾਂ। ਲੀਡਰਸ ਬਹੁਤ ਵੱਡੇ ਨੇ, ਮੈਂ ਕੁਝ ਵੀ ਨਹੀਂ ਹਾਂ। ਨਹੀਂ, ਤੁਹਾਨੂੰ ਮਲਾਲ ਹੈ ਇਸ ਗੱਲ ਦਾ ਕਿ ਪਾਰਟੀ ਨੂੰ ਖੜਨਾ ਤਾਂ ਚਾਹੀਦਾ ਸੀ, ਕਿਉਂਕਿ ਆਪ ਤੁਸੀਂ ਛੱਡੀ ਆ, ਕਾਂਗਰਸ 'ਚ ਆਏ ਹੋ, ਕੈਪਟਨ ਸਾਹਿਬ ਕਰਕੇ ਤੁਸੀਂ ਆਏ ਸੀ, ਕੈਪਟਨ ਸਾਹਿਬ ਵੈਸੇ ਪਾਸੇ ਹੋ ਗਏ, ਪਰ ਹੁਣ ਤੁਹਾਨੂੰ ਲੱਗਦਾ ਕਿ ਪਾਰਟੀ ਦੀ ਐਗਜ਼ਿਸਟਿੰਗ ਲੀਡਰਸ਼ਿਪ ਨੂੰ ਤੁਹਾਡੇ ਨਾਲ ਖੜਨਾ ਚਾਹੀਦਾ ਸੀ? ਦੇਖੋ, ਸਿਰਫ ਇੱਕ ਪਾਰਟੀ ਦੀ ਗੱਲ ਨਹੀਂ ਹੈ ਸਰ। ਮੇਰਾ ਫਾਦਰ ਇਜ਼ ਅ ਕਰੂਸੇਡਰ, ਹੀ ਇਜ਼ ਅ ਵਿਸਲ ਬਲੋਅਰ। ਉਹਨਾਂ ਨੇ ਤਾਂ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਹੈ। ਬਿਲਕੁਲ। ਤੁਸੀਂ ਉਹਨਾਂ ਨੂੰ ਫੋਲੋ ਕਰਦੇ ਆ ਰਹੇ ਹੋ। ਤੁਸੀਂ ਆਪ ਆਪਣੇ ਦਿਮਾਗ 'ਚ ਜਦ ਸੋਚੋਗੇ ਕਿ ਯਾਰ ਇੱਕ ਇਨਸਾਨ, ਮੈਂ ਤੁਹਾਨੂੰ ਦੱਸਦਾ, ਥੋੜਾ ਆਪਾਂ ਅੱਗੇ ਜਾ ਚਲੇਂਗੇ। ਮੇਰੇ ਗ੍ਰੈਂਡਫਾਦਰ ਤੇ ਮੇਰੇ ਫਾਦਰ ਨੂੰ ਔਰ ਮੇਰੀ ਫੈਮਿਲੀ ਨੂੰ ਸਿਆਸਤ ਵਿੱਚ 50 ਸਾਲ ਹੋ ਗਏ ਆ। ਜੇ ਅਸੀਂ ਕਿਸੇ ਤਰ੍ਹਾਂ ਦਾ ਵੀ ਘਪਲਾ ਜਾਂ ਕੋਈ ਚੋਰੀ ਕਰਦੇ ਹੁੰਦੇ, ਸਪੋਜ਼ ਕਰੋ, 50 ਸਾਲ ਪੰਜਾਬ ਦੇ ਲੋਕਾਂ ਨੇ ਸਾਨੂੰ ਜੀਣ ਨਹੀਂ ਦੇਣਾ ਸੀ। ਨਹੀਂ, ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੇ ਜਿੰਨੇ ਵੀ ਤਮਾਮ ਮੁੱਦੇ ਨੇ, ਹਾਲਾਂਕਿ ਇਹੋ ਜਿਹੇ ਮੁੱਦੇ ਵੀ ਜਿਹੜੇ ਸੁਖਪਾਲ ਸਿੰਘ ਖਹਿਰਾ ਦਾ ਵਿਸ਼ਾ ਨਹੀਂ ਵੀ ਹੈਗੇ ਸੀ, ਉਹਨਾਂ ਮੁੱਦਿਆਂ ਤੇ ਵੀ ਜਾ ਕੇ ਸੁਖਪਾਲ ਸਿੰਘ ਖਹਿਰਾ ਨੇ ਬਬਾਕੀ ਨਾਲ ਗੱਲ ਕੀਤੀ ਹੈ। ਲੋਕ ਇਹ ਵੀ ਕਹਿੰਦੇ ਸੀ ਕਿ ਬਾਦਲਾਂ ਦੇ ਖਿਲਾਫ ਜਾਂ ਕੈਪਟਨ ਦੇ ਖਿਲਾਫ ਜੇ ਕੋਈ ਬੋਲਣ ਵਾਲਾ ਸੀ ਤਾਂ ਸੁਖਪਾਲ ਸਿੰਘ ਖਹਿਰਾ ਸੀ। ਹਾਲਾਂਕਿ ਉਹਨਾਂ ਦੇ ਪੋਲੀਟੀਕਲ ਜਦੋਂ ਉਹਨਾਂ ਨੇ ਸਟੈਂਡ ਆਪਣਾ ਬਦਲਿਆ ਤੇ ਲੋਕਾਂ ਨੇ ਕ੍ਰਿਟੀਸਾਈਜ਼ ਵੀ ਕੀਤਾ। ਕਮਿੰਗ ਬੈਕ ਟੂ ਦਾ ਟੌਪਿਕ, ਤੁਹਾਨੂੰ ਪਰਿਵਾਰਕ ਤੌਰ ਤੇ ਕੋਈ ਮਲਾਲ ਹੈ ਕਿ ਲੋਕ ਠੀਕ ਹੈ ਤੁਹਾਡੇ ਹਲਕੇ ਦੇ ਨਾਲ ਖੜ ਗਏ, ਜਾਂ ਡਾਇਸਪੋਰਾ ਤੋਂ ਜਿਸ ਲੈਵਲ ਦੀ ਸਪੋਰਟ ਹੋਣੀ ਚਾਹੀਦੀ ਸੀ ਉਸ ਤਰ੍ਹਾਂ ਦੀ ਹੋਈ? ਮੈਂ ਫਿਰ ਅਗੇਨ ਮੈਂ ਪੋਲੀਟੀਕਲ ਪਾਰਟੀਜ਼ ਬਾਰੇ ਕੋਈ ਜ਼ਿਆਦਾ ਉਹ ਨਹੀਂ ਕਰ ਸਕਦਾ। ਦੇਖੋ, ਅਕ੍ਰੋਸ ਪੋਲੀਟੀਕਲ ਲਾਈਨਸ ਅੱਜ ਮੈਨੂੰ ਐਸੇ ਲੋਕਾਂ ਦੇ ਮੈਸੇजेस ਆ ਰਹੇ ਔਰ ਐਸੇ ਮੈਨੂੰ ਲੋਕ ਆ ਕੇ ਮਿਲ ਰਹੇ ਜੋ ਸ਼ਾਇਦ ਭਲਾਥ ਹਲਕੇ ਦੀ ਮੈਂ ਗੱਲ ਕਰ ਰਿਹਾ, ਸ਼ਾਇਦ ਪਿਛਲੇ 30 ਸਾਲਾਂ ਤੋਂ ਸਾਡੇ ਤੋਂ ਡਿਫਰੈਂਟ ਪਾਰਟੀ ਸੀ, ਲੇਕਿਨ ਉਹਨਾਂ ਦਾ ਸਪੋਰਟ ਗਰਾਊਂਡ ਲੈਵਲ ਤੋਂ ਮੇਰੇ ਫਾਦਰ ਦੇ ਪ੍ਰਤੀ ਇੰਨਾ ਜ਼ਿਆਦਾ ਆਇਆ, ਮੈਂ ਧੰਨਵਾਦ ਨਹੀਂ ਕਰ ਸਕਦਾ। ਸ਼ਾਇਦ ਮੈਂ ਕਿਸੇ ਦਾ, ਮੇਰੇ ਤੋਂ ਤਾਂ ਸਾਰਿਆਂ ਦੇ ਫੋਨ ਵੀ ਨਹੀਂ ਚੱਕੇ ਜਾ ਰਹੇ। ਸੋ ਇੱਕ ਅਕ੍ਰੋਸ ਪਾਰਟੀ ਲਾਈਨਸ ਮੇਰੇ ਫਾਦਰ ਵਾਸਤੇ ਸਪੋਰਟ ਆਈ ਆ, ਉਹਦੇ ਲਈ ਮੈਂ ਧੰਨਵਾਦੀ ਹਾਂ। ਜਿੱਥੇ ਤੱਕ ਕਾਂਗਰਸ ਜਾਂ ਕਿਸੇ ਲੀਡਰਸ ਦੀ ਗੱਲ ਹੈ ਸਰ, ਉਹ ਮੇਰੇ ਤੋਂ ਬਹੁਤ ਵੱਡੇ ਨੇ, ਸਾਰੇ ਸਮਝਦਾਰ ਨੇ। ਜੇ ਅੱਜ ਕੋਈ ਨਹੀਂ ਬੋਲਦਾ, ਯਕੀਨ ਇਹ ਜਾਣ ਲੈਣਾ ਕਿ ਜੇ ਅੱਜ ਮੇਰੇ ਘਰ ਸੰਕਟ ਆਈ ਹੈ, ਕੱਲ ਦੂਸਰਿਆਂ ਦੇ ਘਰ ਵੀ ਜਾ ਸਕਦਾ। ਪਰ ਔਰ ਜਦ ਮੇਰੇ ਫਾਦਰ ਬਾਹਰ ਆਂਗੇ ਜਾਂ ਕਿਸੇ ਤੇ ਇਦਾਂ ਧੱਕਾ ਹੋਊਗਾ, ਸੁਖਪਾਲ ਸਿੰਘ ਖਹਿਰਾ ਸਭ ਤੋਂ ਪਹਿਲੇ ਇਨਸਾਨ ਹੋ ਗਏ ਉਹਨਾਂ ਦੇ ਹੱਕ 'ਚ ਬੋਲਣ ਵਾਲੇ। ਫਾਦਰ ਦੇ ਮਾਮਲੇ 'ਚ ਤੁਹਾਡਾ ਪੱਖ ਕੀ ਹੈ? ਤੁਹਾਡਾ ਕੀ ਸਪਸ਼ਟੀਕਰਨ ਹੈ? ਦੇਖੋ, ਮੈਂ ਤੁਹਾਨੂੰ ਦੱਸਦਾ ਇਹਦਾ ਨਾ ਬਿਕੋਜ਼ ਤੁਸੀਂ ਹੁਣ ਮੈਨੂੰ ਮੌਕਾ ਮਿਲਿਆ ਤੁਹਾਡੇ ਇਸ ਵੱਡੇ ਪਲੇਟਫਾਰਮ ਤੇ ਆ ਕੇ ਆਪਣੀ ਗੱਲ ਰੱਖਣ ਦਾ। ਜੋ ਇਹ ਐਕਟ ਹੈ,
ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ। ਇਹਦੇ 'ਚ ਮੈਂ ਤੁਹਾਨੂੰ ਦੱਸਦਾ, ਮੇਰੇ ਫਾਦਰ ਦੇ ਖਿਲਾਫ ਕੋਈ FIR ਨਹੀਂ ਹੈ, ਸਾਡਾ ਕਿਸੇ ਚਲਾਨ 'ਚ ਨਾਮ ਨਹੀਂ ਹੈ। ਪਰ FIR ਤੇ ਤਾਂ ਇਹ ਹੈ ਨਾ ਕਿ ਕਹਿੰਦੇ ਕਿ SP ਅਜਮੇਰ ਨੇ ਕਿਹਾ ਸੀਗਾ ਕਿ ਪੋਲੀਟੀਕਲ ਇਨਫਲੂਐਂਸ ਦੇ ਚੱਲਦਿਆਂ FIR ਕਰਨ ਨਹੀਂ ਦਿੱਤੀ ਗਈ। ਜਿਮਨੀ ਨੰਬਰ 5 'ਚ ਬਕਾਇਦਾ ਤੌਰ ਤੇ ਖਹਿਰਾ ਸਾਹਿਬ ਦਾ ਨਾਮ ਸੀ। ਨੋ ਕਿਹਾ ਜਾ ਰਿਹਾ ਕਿ SP ਅਜਮੇਰ ਨੇ ਇਹ ਗੱਲ ਕਹੀ ਸੀ ਕਿ ਮੈਂ SSP ਨੂੰ ਵੀ ਦੱਸਿਆ ਪਰ ਮੈਨੂੰ FIR ਦਰਜ ਹੀ ਨਹੀਂ ਕਰਨ ਦਿੱਤੀ ਗਈ ਔਰ ਖਹਿਰਾ ਸਾਹਿਬ ਦਾ ਪੋਲੀਟੀਕਲ ਇਨਫਲੂਐਂਸ ਹੈਗਾ। ਨੋ ਦੈਟਸ ਰੋਂਗ। 2015 ਵਿੱਚ ਇੱਕ NDPS ਦਾ ਪਰਚਾ ਹੋਇਆ, ਉਹਦੇ ਉਸ FIR ਦੇ ਅੰਦਰ ਮੈਂ ਤੁਹਾਨੂੰ ਦੱਸ ਸਕਦਾ, FIR ਨੰਬਰ 35 ਪੁਲਿਸ ਸਟੇਸ਼ਨ ਡਿਸਟ੍ਰਿਕਟ ਫਾਜ਼ਿਲਕਾ ਪੁਲਿਸ ਸਟੇਸ਼ਨ ਸਦਰ ਜਲਾਲਾਬਾਦ, 9 ਜਾਣੇ ਉੱਥੇ ਜੋ ਹੈ ਅਰੈਸਟ ਹੁੰਦੇ ਨੇ ਉਸ ਕੇਸ ਵਿੱਚ। ਉਹਨਾਂ ਵਿੱਚੋਂ ਸਾਡੇ ਇੱਕ ਹਲਕੇ ਦੇ ਗੁਰਦੇਵ ਸਿੰਘ। FIR ਇੱਕ ਹੀ ਰਹੂਗੀ, ਯੂ ਕੈਨੋਟ ਹੈਵ 2 FIRs ਫॉर 1 offense, ਇਹ ਲਾਅ ਹੈ ਆਪਣਾ। ਉਸ FIR ਦੇ ਅੰਦਰ ਮੇਰਾ ਫਾਦਰ ਦਾ ਨਾਮ ਨਹੀਂ ਆਉਂਦਾ। ਉਸ FIR ਦੇ ਅੰਦਰ ਕਈ ਚਲਾਨ ਪੇਸ਼ ਕੀਤੇ ਜਾਂਦੇ ਆ, ਮੇਰਾ ਫਾਦਰ ਦਾ ਨਾਮ ਨਹੀਂ ਆਉਂਦਾ। ਉਹ ਟ੍ਰਾਇਲ ਚੱਲਦਾ ਹੈ 2015 ਵਿੱਚ। ਮੈਂ ਤਾਂ ਮੇਰਾ ਟਾਈਮ ਲਾਈਨ ਹੈ, ਮੇਰੇ ਦਿਮਾਗ 'ਚ ਬਹੁਤ ਕਲੀਅਰ ਹੈ। ਹੋ ਸਕਦਾ ਮੈਂ ਇੰਨਾ ਚੰਗੀ ਤਰ੍ਹਾਂ ਐਕਸਪਲੇਨ ਨਾ ਕਰ ਪਾਵਾਂ। 2015 ਵਿੱਚ ਅਰੈਸਟ ਹੁੰਦੀ ਹੈ। ਜਦੋਂ ਅਰੈਸਟ ਹੁੰਦੀ ਹੈ, ਯੂ ਆਰ ਵੈਰੀ ਤੁਹਾਨੂੰ ਪਤਾ ਹੈ ਕਿ ਜਦ ਅਰੈਸਟ ਹੁੰਦੀ ਹੈ, ਜੋ ਇੰਟੈਰੋਗੇਸ਼ਨ ਹੁੰਦੀ ਹੈ ਉਹ ਨਾਲ ਦੀ ਨਾਲ ਹੋ ਜਾਂਦੀ, ਉਸ ਟਾਈਮ ਸ਼ੁਰੂ ਹੋ ਜਾਂਦੀ ਹੈ ਜਦ ਤੁਸੀਂ ਪੁਲਿਸ ਰਿਮਾਂਡ ਵਿੱਚ ਹੁੰਦੇ ਹੋ। ਮੇਰਾ ਫਾਦਰ ਦਾ ਨਾਮ ਨਹੀਂ ਆਉਂਦਾ। ਚਲਾਨ ਪੇਸ਼ ਹੁੰਦਾ, ਮੇਰੇ ਫਾਦਰ ਦਾ ਨਾਮ ਨਹੀਂ ਆਉਂਦਾ। ਚਾਰजेस ਫਰੇਮ ਹੁੰਦੇ ਆ, ਟ੍ਰਾਇਲ ਚੱਲਦਾ ਹੈ, ਐਗਜ਼ਾਮੀਨੇਸ਼ਨ ਇਨ ਚੀਫ ਹੁੰਦੀ ਹੈ PW 4 and 5 SP ਅਜਮੇਰ ਸਿੰਘ ਐਂਡ ਜਸਵੰਤ ਸਿੰਘ, ਆਈ ਵਿਲ ਨੈਵਰ ਫੋਰਗੇਟ ਦਮ। ਉਹਨਾਂ ਦੇ ਚੀਫ ਐਗਜ਼ਾਮੀਨੇਸ਼ਨ ਇਨ ਚੀਫ ਹੁੰਦੀ ਹੈ। ਉਸ ਤੋਂ ਬਾਅਦ ਕ੍ਰਾਸ ਹੁੰਦੀ ਹੈ, ਸੁਖਪਾਲ ਸਿੰਘ ਖਹਿਰਾ ਦਾ ਨਾਮ ਨਹੀਂ ਆਉਂਦਾ। 2015 'ਚ ਪਰਚਾ, ਇਹ ਸਾਰਾ ਕੁਝ ਹੋ ਰਿਹਾ। 2017 'ਚ ਆ ਜਾਓ, 2017 'ਚ ਸੁਖਪਾਲ ਸਿੰਘ ਖਹਿਰਾ ਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਜਾਂਦਾ। ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਉਸ ਟਾਈਮ ਸੈਂਡ ਮਾਈਨਿੰਗ ਦਾ ਇੱਕ ਬਹੁਤ ਵੱਡਾ ਖੁਲਾਸਾ ਹੁੰਦਾ ਹੈ, ਕਿਸੇ ਇੱਕ ਚੋਰ ਨੂੰ ਆਪਣੇ ਅਹੁਦੇ ਤੋਂ ਹੈ ਜੋ ਅਸਤੀਫਾ ਦੇਣਾ ਪੈਂਦਾ। ਉਸ ਰੈਜ਼ਿਗਨੇਸ਼ਨ ਤੋਂ ਕੁਝ ਮਹੀਨਿਆਂ ਬਾਅਦ 311 ਦੀ ਅਰਜ਼ੀ ਲੱਗਦੀ ਹੈ ਅਦਾਲਤ ਫਾਜ਼ਿਲਕਾ 'ਚ। 311 ਹੁੰਦਾ ਹੈ ਰਿਕਾਲਿੰਗ ਆਫ ਵਿਟਨੈਸਿਸ, ਜਿਨ੍ਹਾਂ ਦੀ ਗਵਾਹੀਆਂ ਹੋ ਚੁੱਕੀਆਂ, ਉਹਨਾਂ ਨੂੰ ਫਿਰ ਤੋਂ ਬੁਲਾਇਆ ਜਾਂਦਾ ਕਿ ਆਓ ਜੀ ਆਪਣੀ ਫਿਰ ਤੋਂ। ਚਲੋ, ਇਹ ਸਾਰਾ ਕੁਝ ਸਾਨੂੰ ਪਤਾ ਨਹੀਂ ਸੀ ਉਸ ਟਾਈਮ, ਇਹ ਅੱਜ ਉਹ ਜਦ ਕਾਗਜ਼ ਪੜ੍ਹਦੇ ਹਾਂ ਤਾਂ ਬਾਅਦ 'ਚ ਪਤਾ ਚੱਲਦਾ। PW 4 ਐਂਡ PW 5 ਨੂੰ ਵਾਪਸ ਬੁਲਾਇਆ ਜਾਂਦਾ ਹੈ ਅਦਾਲਤ ਵਿੱਚ ਆਪਣੀ ਡਿਪੋਜੀਸ਼ਨ ਕਰਨ, ਡਿਪੋਜ਼ ਕਰਨ। ਉਹ ਕਹਿੰਦੇ ਆ ਕਿ ਜਦ ਅਸੀਂ 2015 ਵਿੱਚ ਮੇਨ ਅਕਿਊਜ਼ਡ ਗੁਰਦੇਵ ਸਿੰਘ ਨੂੰ ਫੜਿਆ, ਉਸ ਟਾਈਮ ਇਹਨੇ ਮੈਨੂੰ ਕਿਹਾ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਇਸ ਕੇਸ ਵਿੱਚ ਇਹਨਾਂ ਦਾ ਕੋਈ ਹੱਥ ਹੈ। ਸ਼ਾਇਦ ਉਹਨੇ ਦੇਬੀ ਦੇ ਨਾਲ ਟੱਚ ਦੀ ਗੱਲ ਵੀ, ਗੁਰਦੇਵ ਸਿੰਘ ਉਹਨਾਂ ਦਾ ਨਾਮ। 2 ਸਾਲ ਇਹਨਾਂ ਪੁਲਿਸ ਆਫਿਸਰਾਂ ਨੇ ਪਹਿਲੇ ਨਾਮ ਕਿਉਂ ਨਹੀਂ ਲਿਆ? ਕਿਸੇ FIR ਫਿਰ ਚਲਾਨ 'ਚ ਆ ਜਾਂਦਾ ਨਾਮ, ਐਗਜ਼ਾਮੀਨੇਸ਼ਨ 'ਚ ਇਹਨਾਂ ਦਾ ਨਾਮ ਆਉਂਦਾ, ਕ੍ਰਾਸ ਐਗਜ਼ਾਮੀਨੇਸ਼ਨ 'ਚ ਮੇਰੇ ਫਾਦਰ ਦਾ ਨਾਮ ਆਉਂਦਾ, ਕੋਈ ਨਾਮ ਨਹੀਂ ਆਇਆ। ਸੋ ਉਹ ਪਹਿਲੀ ਸ਼ਰਾਰਤ, ਇੱਕ ਉਹ ਸ਼ਰਾਰਤ ਸੀ। ਉਸ ਤੋਂ ਬਾਅਦ ਸਾਨੂੰ 319 ਸਮਨ ਕੀਤਾ ਗਿਆ। 311 ਦੀ ਅਰਜ਼ੀ ਤੋਂ ਬਾਅਦ ਐਡੀਸ਼ਨਲ ਅਕਿਊਜ਼ਡ ਵਾਂਗੂ ਮੇਰੇ ਫਾਦਰ ਨੂੰ ਸਮਨ ਕੀਤਾ ਗਿਆ। ਅਸੀਂ ਉਹ ਜੋ ਕੇਸ ਹੈ ਹਾਈ ਕੋਰਟ ਵਿੱਚ ਚੈਲੰਜ ਕੀਤਾ। ਹਾਈ ਕੋਰਟ ਨੇ ਸਾਨੂੰ ਕੁਝ ਰਿਲੀਫ ਦਿੱਤੀ, ਲੇਕਿਨ ਪੂਰੀ ਰਿਲੀਫ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਮਿਲੀ। ਅਸੀਂ ਸੁਪਰੀਮ ਕੋਰਟ ਉਹ ਆਰਡਰ ਚੈਲੰਜ ਕੀਤਾ। ਸੁਪਰੀਮ ਕੋਰਟ ਨੇ ਪਹਿਲੀ ਪੇਸ਼ੀ ਤੇ, ਔਰ ਧੰਨਵਾਦ ਕਰਦਾ ਮੈਂ ਸੁਪਰੀਮ ਕੋਰਟ ਦਾ ਔਰ ਉਸ ਜੱਜ ਦਾ, ਜੱਜ ਸਾਹਿਬ ਅੱਜ ਚੀਫ ਜਸਟਿਸ ਆਫ ਇੰਡੀਆ ਨੇ, ਉਹਨਾਂ ਨੇ ਪਹਿਲੀ ਪੇਸ਼ੀ ਤੇ ਸਾਡਾ NDPS ਦੇ ਅੰਦਰ ਸਮਨਿੰਗ ਸਟੇ ਕਰ ਦਿੱਤੀ। 2017 1 ਦਸੰਬਰ 1/12/2017 ਨੂੰ ਇਹ ਕੇਸ ਉੱਥੇ ਰੋਕ ਲੱਗੀ। ਅੱਜ ਤੱਕ ਉਹ ਮੈਟਰ ਸਟੇਡ ਹੈ। ਠੀਕ ਹੈ, 2021 ਚ ਆ ਜਾਈਏ, ਮੇਰਾ ਟਾਈਮਲਾਈਨ ਥੋੜਾ ਅੱਗੇ ਪਿੱਛੇ ਜਾ ਰਿਹਾ ਬਿਕੋਜ਼ ਇਦਾਂ ਹੀ ਸਾਨੂੰ ਜਿੱਦਾਂ ਨੌਲੇਜ ਆਈ। ਸੋ ਅਸੀਂ 2021 ਵਿੱਚ 9 ਮਾਰਚ ਨੂੰ ਮੇਰੇ ਫਾਦਰ ਦੇ ਘਰ ਰੇਡ ਹੁੰਦੀ ਹੈ। ED ਆਪਣਾ ਆਪ ਵਿੱਚ ਕੋਈ FIR ਨਹੀਂ ਕਰਦੀ। ਦੇਰ ਇਜ਼ ਨੋ, ਇਹਨਾਂ ਕੋਲ ਅਥਾਰਟੀ ਨਹੀਂ ਹੈ ਕਿ ਅਸੀਂ ਪਰਚਾ ਦਰਜ ਕਰੀਏ। ਇਹਨਾਂ ਨੇ ਇੱਕ ECIR ਕਹਿੰਦੇ ਸ਼ਾਇਦ ਕੋਈ ਇਹਨਾਂ ਦਾ ਕੰਪਲੇਂਟ ਹੈ, ਇੰਟਰਨਲ ਡਾਕੂਮੈਂਟ ਹੈ, ਮੈਨੂੰ ਪਤਾ ਨਹੀਂ ਉਹਦੇ ਅੰਦਰ ਗਰਾਊਂਡ ਕੀ ਹੈ। ਉਹ ਇਹਨਾਂ ਨੇ ਉਹ ਦਰਜ ਕੀਤੀ ਮੇਰੇ ਫਾਦਰ ਦੇ ਖਿਲਾਫ। ਸਾਡੇ ਘਰ ਆਏ, ਮੈਂ ਲਾਇਰ ਹਾਂ ਸਰ, ਔਰ ਇੰਨੀਆਂ ਧੱਜੀਆਂ ਉਡਾਈ ਜਾ ਰਹੀਆਂ ਇਸ ਕਨਸਟੀਟਿਊਸ਼ਨ ਦੀਆਂ, ਆਪਣੇ ਕਨਸਟੀਟਿਊਸ਼ਨ ਦੀਆਂ। ਮੈਂ 5 ਸਾਲ ਲਾਅ ਪੜ੍ਹ ਕੇ, ਸਾਨੂੰ ਕਈ ਪੇਪਰ ਦੇਣੇ ਪੈਂਦੇ ਕਨਸਟੀਟਿਊਸ਼ਨ ਦੇ, ਜੂਰਿਸਪ੍ਰੂਡੈਂਸ ਦੇ, CRPC ਦੇ, ਉਹਨੂੰ ਸਾਰਿਆਂ ਨੂੰ ਇਨ ਰਿਐਲਿਟੀ ਉਹਨੂੰ ਫੋਲੋ ਨਹੀਂ ਕੀਤਾ ਗਿਆ। ਸਾਡੇ ਘਰ ਆਏ, ਕੋਈ ਵਾਰੰਟ ਨਹੀਂ ਸੀ। ਸਾਡੇ ਘਰ ਆਏ, ਇੱਕ ਪੇਪਰ ਤੇ ਲਿਖਿਆ, ਇੱਕ ਪ੍ਰੀ ਪ੍ਰਿੰਟਡ ਪੇਪਰ ਹੁੰਦਾ, ਉੱਤੇ ਸੁਖਪਾਲ ਸਿੰਘ ਖਹਿਰਾ ਲਿਖਤਾ ਕਿ ਆਹ ਲਓ ਜੀ ਅਸੀਂ ਤੁਹਾਡੇ ਘਰ ਦੇ ਅੰਦਰ ਆ ਸਕਦੇ ਹਾਂ, ਆ ਜਾਓ। ਸਾਡੇ ਘਰ ਕੋਈ ਰਿਕਵਰੀ ਨਹੀਂ ਹੋਈ। ਜੇ ਕੋਈ ਰਿਕਵਰੀ ਹੁੰਦੀ ਤੁਹਾਡੇ ਸਾਰਿਆਂ ਦੇ ਪਬਲਿਕ ਨੌਲੇਜ, ਮੀਡੀਆ 'ਚ ਖਬਰ ਆਉਂਦੀ ਉਹਦੀ, ਰੇਡ ਹੋ ਗਈ, ਰੇਡ ਖਤਮ ਹੋ ਗਈ। ਸਾਨੂੰ 8-9 ਵਾਰ 10 ਵਾਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਮਨ ਕੀਤਾ ਗਿਆ। ਮੇਰੇ ਫਾਦਰ ਫੁੱਲੀ ਕੋਆਪਰੇਟ ਕਰਨ ਲੱਗੇ ਬਿਕੋਜ਼ ਸਾਨੂੰ ਕੁਝ ਛੁਪਾਉਣ ਵਾਲੀ ਐਸੀ ਕੋਈ ਸਾਡੀ ਗੱਲ ਨਹੀਂ, ਉਹ ਸਾਰੇ ਜਾਣਦੇ ਨੇ। ਹੁਣ 2021 ਦਾ ਨਵੰਬਰ ਆ ਗਏ ਆਪਾਂ, ਅਸੀਂ 12 ਵਾਰ ਆਪ ਫੁੱਲੀ ਕੋਆਪਰੇਟ ਕਰ ਚੁੱਕੇ ਹਾਂ। ਸੋ ਮਚ ਸੋ ਕਿ 10 ਤਰੀਕ ਦਾ ਸਾਡਾ ਸਮਨ ਸੀ।
ਮੇਰੇ ਫਾਦਰ 10 ਤਰੀਕ ਨੂੰ ਉੱਥੇ ਪੇਸ਼ ਹੋਏ ਕਿਉਂਕਿ ਉਹਨਾਂ ਦਾ ਜੋ ਪ੍ਰੋਸੈਸ ਹੈ ਬਹੁਤ ਪੇਨਸਟੇਕਿੰਗਲੀ ਸਲੋ ਹੈ, ਮਤਲਬ ਹੌਲੀ ਹੌਲੀ ਕੰਮ ਕਰਦੇ ਨੇ। ਮੇਰੇ ਫਾਦਰ ਕਹਿੰਦੇ ਯਾਰ ਕੱਲ ਮੈਂ ਚੰਡੀਗੜ੍ਹ 'ਚ ਐਂ ਕਰੋ ਮੈਂ ਕੱਲ ਫੇਰ ਆ ਜਾਊਂਗਾ। ਆਪਣੇ ਆਪ ਨੂੰ ਵੋਲੰਟਰੀਲੀ 11th ਤੁਸੀਂ ਆਪ ਰਿਕਾਰਡ ਕਢਵਾਇਓ, 11 ਤਰੀਕ ਦਾ ਸਮਨ ਨਹੀਂ ਸੀ। ਸੋ ਮੇਰੇ ਉੱਥੇ ਫਾਦਰ ਪੇਸ਼ ਹੋਏ। ਮੈਂ ਸ਼ਾਇਦ ਉਹਨਾਂ ਨੂੰ 11:30 ਵਜੇ ਛੱਡਿਆ, 3 ਵਜੇ ਮੈਨੂੰ ਫੋਨ ਆ ਗਿਆ ਕਿ ਹਮਨੇ ਜੀ ਖਹਿਰਾ ਸਾਹਿਬ को अरेस्ट कर लिया इंटीमेशन। सो मैं ये चाहना है कि सारे जाने सच जानन। बहुत अवा तवा बोलिया जाता है कि जी ऐसा है वैसा है, ऐसा कुछ नहीं है। जिस दिन साडी कोर्ट विच सानू मौका मिलिया बोलन दा, बिकॉज हजे इन्वेस्टिगेटिव स्टेज ते है, एक कंप्लेंट फाइल करेंगे जिन्हों आपां चलान कहने नॉर्मल पार्लेंस विच। जिस दिन सानू एविडेंस लीड करन दा मौका मिलिया, जिस दिन सानू कोर्ट विच अपना एक गल पक्ष रखन दा मौका मिलिया, यकीन मनना कुछ घंटियां विच ये साफ हो जाऊगा कि सुखपाल सिंह खैरा बेकसूर है। जो ਤੁਹਾਡੇ ਕੋਲ ਸਾਰੀ ਐਵੀਡੈਂਸ ਹੈ? ਆਫ ਕੋਰਸ ਸਰ, ਹਰ ਇੱਕ ਗੱਲ ਦਾ ਜਵਾਬ ਹੈ, ਕੱਲੇ ਕੱਲੇ ਪੈਸੇ ਦਾ ਜਵਾਬ ਹੈ। ਔਰ ਇਹ ਜਵਾਬ ਇਦਾਂ ਨਹੀਂ ਕਿ ਅਸੀਂ ਹਜੇ ਤੱਕ ਦਿੱਤਾ ਨਹੀਂ। ਈਡੀ ਕੋਲ ਪਰ ਈਡੀ ਨੂੰ ਕਿਉਂ ਨਹੀਂ ਕਨਵਿੰਸ ਕਰ ਪਾਏ ਫਿਰ ਤੁਸੀਂ? ਸਰ ਜੋ ਮਰਜ਼ੀ ਕਰ ਲੈਂਦੇ, ਮੇ ਵੀ ਉਹ ਕਨਵਿੰਸ ਹੋਣਾ ਹੀ ਨਹੀਂ ਚਾਹੁੰਦੇ ਸੀ। ਉਹਨਾਂ ਦੇ ਗਰਾਊਂਡਸ ਆਫ ਅਰੈਸਟ ਕੀ ਹੈ? ਸਾਨੂੰ ਗਰਾਊਂਡਸ ਆਫ ਅਰੈਸਟ, ਮੈਨੂੰ ਤਾਂ ਇਹ ਵੀ ਨਹੀਂ ਪਤਾ ਮੇਰੇ ਫਾਦਰ ਤੇ ਐਲੀਗੇਸ਼ਨ ਕੀ ਹੈ, ਮੈਂ ਤੁਹਾਨੂੰ ਦੱਸਿਆ ਨਹੀਂ। ਸਵਾਲ ਇੱਥੇ ਇਹੀ ਖੜਾ ਹੁੰਦਾ ਨਾ, ਜੋ ਸੁਣਨ ਵਾਲੇ ਵੀ ਸ਼ਾਇਦ ਇਸੇ ਗੱਲ ਨੂੰ ਸੋਚ ਰਹੇ ਹੋਣਗੇ ਕਿ ਜੇਕਰ ਇਹ ਮਸਲਾ ਤੁਹਾਡੇ ਮੁਤਾਬਕ ਇਹ ਪ੍ਰੋਪੋਗੰਡਾ ਹੈਗਾ, ਈਡੀ ਤਾਂ ਫਿਰ ਸੈਂਟਰ ਦੀ ਏਜੰਸੀ ਹੈ, ਤੇ ਸੈਂਟਰ ਦਾ ਸੁਖਪਾਲ ਸਿੰਘ ਖਹਿਰੇ ਦੇ ਨਾਲ ਕੀ ਰੌਲਾ? ਦੇਖੋ ਬਿਲਕੁਲ ਸਰ, ਮੇਰੇ ਫਾਦਰ ਨੇ ਜਿੱਦਾਂ ਤੁਸੀਂ ਦੱਸਿਆ ਇਸ਼ੂਜ਼ ਬਹੁਤ ਉਠਾਏ। ਤੁਹਾਨੂੰ ਯਾਦ ਹੋਊਗਾ 26 ਜਨਵਰੀ, ਔਰ ਇੱਕ ਹੋਰ ਟਾਈਮ ਲਾਈਨ ਹੈ, ਮੇਰੀ ਗੱਲ ਮਿਸ ਹੋ ਚੱਲੀ ਸੀ, ਥੈਂਕ ਯੂ। 26 ਜਨਵਰੀ 2021 ਨੂੰ ਪਰੇਡ ਹੁੰਦੀ ਹੈ, ਰੈਲੀ ਹੁੰਦੀ ਹੈ ਕਿਸਾਨ ਮੋਰਚੇ ਦੀ। ਨਵਰੀਤ ਸਿੰਘ ਡਿਬਡਿਬਾ ਨੌਜਵਾਨ ਦੇ ਮੂੰਹ ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਦਿੱਲੀ ਪੁਲਿਸ ਵੱਲੋਂ। ਇੱਕ ਨੌਜਵਾਨ ਨੂੰ ਦਿਨ ਦਿਹਾੜੇ ਪੁਲਿਸ ਵੱਲੋਂ ਮਰਡਰ ਕੀਤਾ ਜਾਂਦਾ। ਮੇਰੇ ਫਾਦਰ ਨੇ ਉਹ ਫਾਈਟ ਹਾਈ ਕੋਰਟ ਤੱਕ ਲੜੀ, ਜੁਡੀਸ਼ੀਅਲ ਪ੍ਰੋਬ, ਜੁਡੀਸ਼ੀਅਲ ਇਨਕੁਆਇਰੀ ਮਾਂ ਕਰਵਾਈ ਉਹਦੇ ਵਿੱਚ। ਸਰਕਾਰ ਦੇਖੋ, ਯੂਨੀਅਨ ਜਦ ਵੱਡੀਆਂ ਦਿੱਲੀ ਦੀਆਂ ਸਰਕਾਰਾਂ ਹੁਕੂਮਤਾਂ ਨੇ ਨਾ, ਐਂਡ ਆਈ ਡੋਂਟ ਮੀਨ ਆਮ ਆਦਮੀ ਪਾਰਟੀ, ਮੈਂ ਮੇਰੀ ਬੀਜੇਪੀ ਮੇਰਾ ਮਤਲਬ, ਉਹ ਆਪਣੇ ਇਮੇਜ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਜਦ ਜਿੱਥੇ ਉਹ ਦੇਖਦੇ ਕਿ ਸਾਡਾ ਪਰਦਾ ਫਾਸ਼ ਹੋਊਗਾ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੇਰੇ ਫਾਦਰ ਨੇ ਇਸ ਤੋਂ ਇਲਾਵਾ ਯੂਆਪਾ, ਅਨਦਰ ਇੱਕ ਹੋਰ ਕਾਲਾ ਕਾਨੂੰਨ, ਜਿਹਦੇ ਵਿੱਚ ਤੁਹਾਨੂੰ ਰਿਮਾਂਡ ਤੋਂ ਬਾਅਦ ਤੁਹਾਨੂੰ ਪੇਸ਼ ਨਹੀਂ ਕੀਤਾ ਜਾਂਦਾ ਕਿਸੇ ਕੋਰਟ ਵਿੱਚ ਕਈ ਮਹੀਨੇ, ਟਾਡਾ ਦਾ ਨਵਾਂ ਵਰਜ਼ਨ ਇਹਨੂੰ ਮੰਨਿਆ ਜਾਂਦਾ। ਮੇਰੇ ਫਾਦਰ ਨੇ ਦੂਰ ਜਾ ਕੇ ਪੰਜਾਬੀ ਨੌਜਵਾਨਾਂ ਨੂੰ ਬਚਾਇਆ। ਇੱਕ ਐਸਾ ਸਬੂਤ ਸਾਡੇ ਹਲਕੇ ਵਿੱਚ ਜੋਗਿੰਦਰ ਸਿੰਘ ਜੀ ਗੁੱਜਰ, ਉਹਨਾਂ ਨੂੰ ਜੇਲ੍ਹ ਚੋਂ ਕਢਵਾਇਆ, ਉਹਨਾਂ ਦਾ ਇਸ਼ੂ ਰੇਕਅਪ ਕਰਕੇ। ਸੋ ਵੈਨ ਜਦ ਤੁਸੀਂ BSF ਦਾ ਇਸ਼ੂ ਕੀਤਾ, ਉਹਨਾਂ ਨੇ ਚੱਕਿਆ, ਮੈਂ ਭੁੱਲ ਗਿਆ ਸੀ, ਸੌਰੀ, 26 ਆਪਾਂ ਨਵਰੀਤ ਸਿੰਘ ਦੀ ਡੈਥ ਦੀ ਮਰਡਰ ਦੀ ਗੱਲ ਕਰਦੇ ਹਾਂ। 26 ਤਰੀਕ ਨੂੰ ਉਹਨਾਂ ਦਾ ਮਰਡਰ ਕੀਤਾ ਜਾਂਦਾ, ਮੈਂ ਡੈਥ ਨਹੀਂ ਕਹੂੰਗਾ, ਮਰਡਰ। 26 ਜਨਵਰੀ 2021 ਨੂੰ ਇਹ ਵਾਰਦਾਤ ਹੁੰਦੀ ਹੈ। 1 ਮਹੀਨੇ ਬਾਅਦ ਸਾਡੇ ਘਰ ਰੇਡ ਪੈ ਜਾਂਦੀ ਹੈ। ਕ੍ਰੋਨੋਲੋਜੀ ਸਮਝੋ ਸਰ, ਇਟ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਵਾਈ ਦਿਸ ਹੈਜ਼ ਹੈਪਨਡ। ਔਰ ਆਈ ਐਮ ਨੋਟ ਅਫਰੇਡ, ਮੈਨੂੰ ਪਤਾ ਹੈ ਕਿ ਜੋ ਵੀ ਅਸੀਂ ਕੀਤਾ ਹੈ, ਸਾਨੂੰ ਇਸ ਕੇਸ ਵਿੱਚ ਅਸੀਂ ਬਾਇਜਤ ਬਰੀ ਹੋ ਕੇ ਬਾਹਰ ਆਵਾਂਗੇ। ਉਸ ਦਿਨ ਮਾਈ ਸਟੈਂਡ ਵਿਲ ਬੀ ਵਿੰਡੀਕੇਟਡ। ਮੈਂ ਵੇਟ ਕਰਦਾ ਸਰ ਉਸ ਦਿਨ ਦੀ। ਹਾਈਪੋਥੈਟੀਕਲ ਜਿਹਾ ਸਵਾਲ ਹੈ ਮਹਿਤਾਬ, ਕਿ ਚਰਚਾ ਇਸ ਤਰ੍ਹਾਂ ਦੀ ਚੱਲਦੀ, ਸੁਖਪਾਲ ਸਿੰਘ ਖਹਿਰਾ ਚਿਹਰਾ ਬਣਾਏ ਜਾ ਰਿਹਾ, ਮੁੱਦੇ ਨੂੰ ਹਾਈਪ ਕ੍ਰੀਏਟ ਕੀਤੀ ਜਾ ਰਹੀ ਹੈ, ਪੋਲੀਟੀਕਲ ਮਾਈਲੇਜ ਫੈਮਿਲੀ ਵੀ ਲੈ ਰਹੀ ਹੈ, ਮਹਿਤਾਬ ਕਹਿੰਦੇ ਪੋਲੀਟੀਕਲ ਮਾਈਲੇਜ ਲੈ ਰਿਹਾ ਇਸ ਮੁੱਦੇ ਤੇ ਵਾਰ-ਵਾਰ ਗੱਲ ਕਰਕੇ। ਤੁਹਾਨੂੰ ਕੀ ਲੱਗਦਾ ਹੈ, ਸੱਚਾਈ ਕੀ ਲੱਗਦੀ ਹੈ? ਇੱਦਾਂ ਦੀ ਗੱਲ, ਇੱਦਾਂ ਦਾ ਮੈਂ ਇਨਸਾਨ ਨਹੀਂ ਹੈ, ਇੱਦਾਂ ਦੀ ਮੇਰੀ ਫੈਮਿਲੀ ਨਹੀਂ ਹੈ। ਆਪਣੇ ਫਾਦਰ ਨੂੰ ਜੇਲ੍ਹ ਭੇਜ ਕੇ ਕੋਈ ਪੋਲੀਟੀਕਲ ਮਾਈਲੇਜ ਜੇ ਕੋਈ ਲੈਂਦਾ, ਉਹ ਇਜ਼ ਨਾਟ ਅ ਵੈਰੀ ਸਮਾਰਟ ਪੋਲੀਟੀਸ਼ੀਅਨ। ਮੈਂ ਜੋ ਵੀ ਕਰ ਰਿਹਾ, ਮੈਂ ਆਪਣੇ ਦਿਲ ਦੇ ਅੰਦਰੋਂ ਕਰ ਰਿਹਾ, ਬਿਕੋਜ਼ ਮੈਂ ਸਮਝਦਾ ਕਿ ਧੱਕਾ ਹੋਇਆ। ਮੇਰੇ ਫਾਦਰ ਤਾਂ ਹਰ ਇੱਕ ਵਾਸਤੇ ਖੜਦੇ ਸੀ ਯਾਰ, ਮੇਰੀ ਡਿਊਟੀ ਹੈ, ਮੇਰਾ ਫਰਜ਼ ਹੈ, ਮੈਂ ਸਿਰਫ ਆਪਣਾ ਫਰਜ਼ ਅਦਾ ਕਰ ਰਿਹਾ। ਜੋ ਮੇਰੇ ਫਾਦਰ ਦੂਜਿਆਂ ਵਾਸਤੇ ਕਰ ਰਹੇ ਸੀ, ਉਹ ਅੱਜ ਮੈਂ ਉਹਨਾਂ ਵਾਸਤੇ ਕਰਨਾ ਮੈਨੂੰ ਪੈ ਰਿਹਾ। ਪਿਛਲੇ ਦਿਨੀ ਇਹ ਵੀ ਖਬਰ ਆਈ ਕਿ ਖਹਿਰਾ ਸਾਹਿਬ ਦਾ ਜਿਹੜਾ ਹੈ, ਉਹਨਾਂ ਨੂੰ ਟ੍ਰੀਟਮੈਂਟ ਠੀਕ ਨਹੀਂ ਦਿੱਤਾ ਜਾ ਰਿਹਾ, ਖਾਸ ਤੌਰ ਤੇ ਉਹਨਾਂ ਦੇ ਜਿਹੜਾ ਪੁਲਿਸ ਦਾ ਬਿਹੇਵੀਅਰ ਹੈਗਾ ਉਹ ਬਹੁਤਾ ਠੀਕ ਨਹੀਂ ਹੈ। ਕੀ ਗੱਲਬਾਤ ਹੋਈ ਤੁਹਾਡੀ, ਫੋਨ ਤੇ ਕੀ ਗੱਲ ਹੁੰਦੀ ਹੈ? ਦੇਖੋ ਸਰ, ਬਾਏ ਕੋਰਟ ਆਰਡਰ ਜਦੋਂ ਕਸਟਡੀ ਵਿੱਚ ਸੀਗੇ, ਸਾਨੂੰ ਹਰ ਇੱਕ ਘੰਟਾ ਇੱਕ ਦਿਨ ਇੱਕ ਲਾਇਰ ਨੂੰ ਪਰਮਿਸ਼ਨ ਸੀਗੀ, ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਮੈਂ ਉਸ ਸਮੇਂ ਰਾਮਗੜ੍ਹ ਆਪਣੇ ਘਰ ਆਪਣੇ ਹਲਕੇ ਵਿੱਚ ਸੀਗਾ। ਸਾਨੂੰ ਇਹ ਪਤਾ ਚੱਲਿਆ ਕਿ ਮੇਰੇ ਫਾਦਰ ਨੇ ਮੈਨੂੰ ਮੈਸੇਜ ਭਿਜਵਾਇਆ ਕਿ ਉਹਨਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ, ਬਦਸਲੂਕੀ ਕੀਤੀ ਜਾ ਰਹੀ ਹੈ। ਰਿਮਾਂਡ ਦਾ 5ਵਾਂ ਜਾਂ 6ਵਾਂ ਦਿਨ ਸੀ। ਉਹਨਾਂ ਨੂੰ ਇੱਕ ਪੁਲਿਸ ਆਫੀਸਰ ਨੇ ਆ ਕੇ, ਚੰਡੀਗੜ੍ਹ ਪੁਲਿਸ ਆਫੀਸਰ ਨੇ ਆ ਕੇ ਕਿਹਾ ਕਿ ਤੁਸੀਂ ਆਪਣਾ ਕੜਾ ਉਤਾਰੋ। ਜੇ ਤੱਕ ਇਹ ਇਸ਼ੂ ਸੀ ਤਾਂ ਪਹਿਲੇ ਦਿਨ ਇਹ ਇਸ਼ੂ ਬਣਨਾ ਚਾਹੀਦਾ ਸੀ ਕਿ ਤੁਸੀਂ ਨਹੀਂ ਪਾ ਸਕਦੇ। ਕਿਸੇ ਨਾ ਕਿਸੇ ਬਦਸਲੂਕੀ ਕੀਤੀ ਗਈ ਸਰ। ਮੇਰੇ ਫਾਦਰ ਕ੍ਰਿਮੀਨਲ ਨਹੀਂ ਹੈ, ਯੂ ਮਸਟ ਅੰਡਰਸਟੈਂਡ। ਠੀਕ ਹੈ, ਸਾਡੇ 'ਤੇ ਸੰਕਟ ਆ ਗਈ, ਤੁਸੀਂ ਜੈਂ ਤੈਂ ਕਰਕੇ ਤੁਸੀਂ ਸਾਨੂੰ ਫਸਾ ਲਿਆ, ਪਰ ਮੇਰੇ ਫਾਦਰ ਕ੍ਰਿਮੀਨਲ ਨਹੀਂ ਹੈ। ਤੁਸੀਂ ਉਹਨਾਂ ਨਾਲ ਜੇ ਧੱਕਾ ਕਰੋਗੇ, ਉਹ ਨਾ, ਪਹਿਲੀ ਗੱਲ ਤਾਂ ਉਹ ਆਪ ਨਹੀਂ ਸਹਿੰਦੇ,
ਤੇ ਔਰ ਦੂਜੀ ਗੱਲ, ਜੇ ਤੁਸੀਂ ਇਦਾਂ ਦੀ ਗੱਲ ਕਰੋ, ਤੁਸੀਂ ਆਪਣਾ ਕੜਾ ਲਾਓ, ਉਹ ਗੱਲ ਮੈਨੂੰ 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 ਦਰਦ ਹੋਇਆ ਉਸ ਗੱਲ ਦਾ। ਤਾਂ ਕਰਕੇ ਮੇਰੇ ਕੋਲ ਆਪਸ਼ਨ ਕੀ ਸੀ, ਮੈਂ ਇਕੱਲਾ ਇਹ ਲੜਾਈ ਲੜ ਨਹੀਂ ਸਕਦਾ। ਅੱਜ ਜੋ ਵੀ ਕੁਝ ਹੋ ਰਿਹਾ ਇਹ ਤਾਂ ਹੋ ਰਿਹਾ ਕਿਉਂਕਿ ਮੇਰੇ ਫਾਦਰ ਲੋਕਾਂ ਦੀ ਆਵਾਜ਼ ਉਠਾਉਂਦੇ ਸੀ। ਸੋ ਮੈਂ ਸੋਚਿਆ ਕਿ ਮੇਰੇ ਲਈ ਬੈਸਟ ਆਪਸ਼ਨ ਇਹ ਹੈ ਕਿ ਮੈਂ ਲੋਕਾਂ ਨੂੰ ਜਾ ਕੇ ਗੱਲ ਦੱਸਾਂ, ਪ੍ਰੈਸ਼ਰ ਬਣੇ ਉਹਨਾਂ ਤੇ। ਸੋ ਉਸ ਕਰਕੇ ਮੈਂ ਖਹਿਰਾ ਸਾਹਿਬ ਦਾ ਮੋਰਾਲ ਕਿਵੇਂ ਹੈ? ਤੁਹਾਡੇ ਨਾਲ ਗੱਲਬਾਤ ਕਰਦੇ ਆ ਤਾਂ ਕੀ ਉਹਨਾਂ ਦਾ ਕਹਿਣਾ ਕੀ ਹੈ? ਪਾਪਾ ਬਿਲਕੁਲ ਠੀਕ ਹੈ ਜੀ। ਹੀ ਇਜ਼ ਮੇਰੇ ਫਾਦਰ ਬਹੁਤ ਸਟਰੋਂਗ ਨੇ, ਮੈਂਟਲੀ ਸਟਰੋਂਗ ਹੋਣਾ ਔਖੇ ਟਾਈਮ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਭਾਵੁਕ ਹੋ ਗਏ ਸੀ, ਤੁਸੀਂ ਦਿਲ ਪਤਲਾ ਕਰਕੇ ਪਿਛਲੇ ਦਿਨੀ, ਤੇ ਉਹ ਸੁਭਾਵਕ ਆ, ਉਹਨਾਂ ਨੂੰ ਪਤਾ ਲੱਗਿਆ ਹੋਊਗਾ, ਰਿਐਕਸ਼ਨ ਕੀ ਸੀ ਮੇਰੇ ਫਾਦਰ ਦਾ ਜੀ? ਯੈਸ, ਠੀਕ ਹੈ। ਮੈਂ ਦੇਖੋ ਉਹਨਾਂ ਨੇ ਆਪਣੀ ਲਾਈਫ 'ਚ ਬਹੁਤ ਕੁਝ ਦੇਖਿਆ। ਮੇਬੀ ਜਦ ਆਪਣੀ ਜ਼ਿੰਦਗੀ 'ਚ ਮੈਂ ਅੱਗੇ ਜਾ ਕੇ ਮੇਰੇ ਨਾਲ ਕਦੀ ਕੁਝ ਹੋਊਗਾ ਤਾਂ ਮੈਂ ਅੱਜ ਨਾਲੋਂ ਜ਼ਿਆਦਾ ਤਾਕਤਵਰ ਹੋਊਗਾ। ਸੋ ਐਕਸਪੀਰੀਅੰਸ ਨਾਲ ਇਹ ਸਾਰਾ ਕੁਝ ਆਉਂਦਾ, ਮੈਂ ਸਿੱਖ ਰਿਹਾ ਸਾਰਾ ਕੁਝ। ਔਰ ਮੇਰੇ ਫਾਦਰ ਬਹੁਤ ਸਟਰੋਂਗ ਨੇ। ਤੁਸੀਂ ਤਾਂ ਪਰਸਨਲੀ ਜਾਣਦੇ ਹੋ, ਤੁਸੀਂ ਮੈਂ ਤੁਹਾਨੂੰ ਘਰੇ ਦੇਖਿਆ ਜੀ। ਬਿਲਕੁਲ ਠੀਕ ਹੈ, ਮਾੜਾ ਵਕਤ ਹੈ ਪਰ ਮਾੜਾ ਵਕਤ ਹੈ। ਮੈਂ ਸੋਚਦਾ ਕਿ ਇਹ ਸਮਾਂ ਘਰ ਬੈਠ ਕੇ ਰੋਣ ਦਾ, ਸੋਚਣ ਦਾ ਇਹ ਨਹੀਂ ਕਿ ਹਾਏ ਜੀ ਮਾਰੇ ਗਏ, ਲੁੱਟੇ ਗਏ। ਇਹ ਸਮਾਂ ਲੜਾਈ ਉੱਠ ਕੇ ਲੜਨ ਦਾ ਹੈ। someone has to do it, I am doing it, I am not। ਪਰ ਇੱਕ ਸਵਾਲ ਮਹਿਤਾਬ, ਮੇਰਾ ਜਿਹੜਾ ਮੈਂ ਸਮਝਦਾ ਕਿ ਇਹਦਾ ਜਵਾਬ ਦੇਣਾ ਤੁਹਾਡਾ ਲਾਜ਼ਮੀ ਤੌਰ ਤੇ ਬਣਦਾ ਹੈ। ਤੁਸੀਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਲੋਕਾਂ ਦੇ ਮਸਲੇ ਚੱਕੇ, ਨੋ ਡਾਊਟ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਅੱਜ ਦੀ ਡੇਟ ਦੇ ਅੰਦਰ ਤੁਸੀਂ ਪਬਲਿਕ ਦਾ, ਉਹਨਾਂ ਦੇ ਚਾਹਣ ਵਾਲਿਆਂ ਦਾ ਜਿਹੜਾ ਰਿਸਪੌਂਸ ਹੈ ਖਾਸ ਤੌਰ ਤੇ, ਤੁਸੀਂ ਉਹਨੂੰ ਕਿਵੇਂ ਵੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਉਹ ਜਸਟੀਫਾਈ ਹੋ ਰਿਹਾ ਜੋ ਸੁਖਪਾਲ ਸਿੰਘ ਖਹਿਰਾ ਦਾ ਲੋਕਾਂ ਨਾਲ ਸਟੈਂਡ ਸੀ? ਤੁਹਾਡੇ ਨਾਲ ਲੋਕਾਂ ਦਾ ਓਡਾ ਵੱਡਾ ਸਟੈਂਡ ਹੈ? ਬਿਲਕੁਲ ਸਰ। ਮੈਂ ਗਰਾਊਂਡ ਲੈਵਲ ਤੇ, ਔਰ ਮੈਂ ਪਿਛਲੇ 3-4 ਹੁਣ ਮੇਰੇ ਕੋਲ ਆਪਣਾ ਮੇਰਾ ਫੋਨ ਜੋ ਹੈ ਤੁਸੀਂ ਦੇਖ ਰਹੇ ਹੋਗੇ, ਰਿਪੀਟਡਲੀ ਫੋਨਸ ਆ ਰਹੇ ਨੇ ਮੈਨੂੰ, ਫਰਾਂਸ, ਆਸਟ੍ਰੇਲੀਆ, ਬੈਲਜੀਅਮ, ਬਾਹਰੋਂ ਤਾਂ ਇੰਨਾ ਸਪੋਰਟ ਲੋਕਾਂ ਨੇ ਸਾਨੂੰ ਦਿਖਾਇਆ। ਹੋਰ ਕੋਈ ਲੜਾਈ ਨਹੀਂ ਲੜ ਸਕਦਾ ਸੀ, ਮੈਂ ਇਕੱਲਾ ਤਾਂ ਕਿੱਥੇ ਲੜਨਾ ਸੀ ਸਰ। PMLA, ਯੂਨੀਅਨ ਆਫ ਇੰਡੀਆ, ED, ਇਹ ਲੜਾਈ ਲੜਨੀ ਮੇਰੇ ਵਾਸਤੇ ਬਹੁਤ ਔਖੀ ਹੋਣੀ ਸੀ ਜੇ ਮੈਨੂੰ ਆਪਣੇ ਲੋਕਾਂ ਦਾ ਸਾਥ ਨਾ ਹੁੰਦਾ। ਤੁਸੀਂ ਦੇਖਣਾ ਉਸ ਦਿਨ ਸਾਡੇ ਘਰ ਅਸੀਂ ਇੱਕ ਫੋਨ ਕਰ ਪਾਏ ਸਾਰਿਆਂ ਨੂੰ, ਔਰ ਹੁਮਾ ਕੇ ਉੱਥੇ ਇਕੱਠ ਹੋਇਆ। ਉੱਥੇ ਤਾਂ ਛੋਟੀ ਰੈਲੀ ਦਾ ਰੂਪ ਬਣ ਗਿਆ। ਜਦ ਮੈਂ ਆਪਣੇ ਘਰੋਂ ਚੰਡੀਗੜ੍ਹੋਂ ਚੱਲਿਆ ਸੀ ਔਰ ਮੈਂ ਉਹਨਾਂ ਨੂੰ, ਉੱਥੇ ਲੋਕਾਂ ਨੂੰ ਵੀ ਸਾਰਿਆਂ ਨੂੰ ਦੱਸਿਆ, ਮੇਰੇ ਮਨ 'ਚ ਸ਼ੱਕ ਸੀ ਯਾਰ ਕਿ ਪਤਾ ਨਹੀਂ ਅੱਜ ਕੀ ਹੋਊਗਾ, ਪਰ ਉੱਥੇ ਜਾ ਕੇ ਮੇਰਾ ਹੌਸਲਾ ਵਧਿਆ। ਤੁਹਾਨੂੰ ਖਹਿਰਾ ਸਾਹਿਬ ਨੇ ਕਿਹਾ ਕਿਸੇ ਦੀ ਪੋਲੀਟੀਕਲ ਸਪੋਰਟ ਦੇ ਲਈ ਕਿ ਮਹਿਤਾਬ ਤੂੰ ਫਲਾਣੇ ਲੀਡਰ ਨੂੰ ਜਾ ਕੇ ਮਿਲ ਜਾਂ CM ਨੂੰ ਮਿਲ? ਨਹੀਂ ਸਰ, ਉਹ ਸਮਾਂ ਨਹੀਂ ਸੀਗਾ ਐਸਾ। ਔਰ ਜਦ ਹੁਣ ਮੈਨੂੰ ਆਪਣੇ ਆਪ ਨੂੰ ਪਤਾ ਮੈਂ ਵਕੀਲ ਹਾਂ, ਇੱਕ ਵਾਰ ਜਦ ਤੁਹਾਡੀ ਅਰੈਸਟ ਪਾ ਜਾਂਦੀ ਹੈ, ਇਟ ਇਜ਼ ਨਾਓ ਅਪ ਟੂ ਦ ਕੋਰਟ। ਹੁਣ ਕੋਰਟ ਕਚਹਿਰੀ ਦਾ ਕੰਮ ਹੈ। ਸੋ ਕਿਸੇ ਦੇ ਅੱਗੇ ਮੈਂ ਰਿਕੁਐਸਟ ਸਾਰਿਆਂ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਮੇਰੇ ਫਾਦਰ ਦਾ ਸਾਥ ਦਿਓ, ਵੱਡੇ ਛੋਟੇ, ਸਿਰਫ ਲੀਡਰਸ ਨਹੀਂ ਸਰ, ਅਕ੍ਰੋਸ ਆਲ ਪਾਰਟੀ ਲਾਈਨਸ ਜਿਨ੍ਹਾਂ ਵਾਸਤੇ ਮੇਰੇ ਫਾਦਰ ਖੜੇ, ਉਹ ਅੱਜ ਸਾਨੂੰ ਉਹਨਾਂ ਹੀ ਸਾਨੂੰ ਪਾਰਟੀ ਦੇ ਸਟੈਂਡ ਤੇ ਖਹਿਰਾ ਸਾਹਿਬ ਨਾਲ ਕੋਈ ਤੁਹਾਡਾ ਡਾਇਲੌਗ ਹੋਇਆ ਹੋਵੇ? ਨਹੀਂ, ਹਜੇ ਇਸ ਲੈਵਲ ਤੇ ਮੇਰੀ ਗੱਲ ਨਹੀਂ ਹੋਈ। ਸਾਨੂੰ ਇੰਨਾ ਫ੍ਰੀਲੀ ਉਹ ਨਹੀਂ ਹੋਇਆ। ਉਹਨਾਂ ਨੇ ਮੈਨੂੰ ਕੁਝ ਚੀਜ਼ਾਂ ਦੱਸੀਆਂ ਨੇ ਆਪਣੇ ਹਲਕੇ ਵਾਸਤੇ, ਕਹਿੰਦੇ ਕਿ ਦੇਖੋ ਮੇਰਾ ਪਰਿਵਾਰ ਜੋ ਮੈਨੂੰ ਜੋ ਸਾਥ ਦੇ ਰਿਹਾ ਉਹ ਸਾਡੇ ਭਲੱਥ ਦੇ ਲੋਕ ਨੇ, ਤੁਸੀਂ ਮੰਨੋਗੇ ਨਹੀਂ। ਫਿਰ ਮੈਂ ਜਦ ਉਹ ਸੋਚਦਾ ਫਿਰ ਮੈਨੂੰ ਭਾਵੁਕ ਹੋ ਜਾਂਦਾ ਕਿ ਯਾਰ ਇੰਨੇ ਮਾੜੇ ਟਾਈਮ ਵਿੱਚ ਵੀ ਸਾਡੇ ਨਾਲ ਲੋਕ ਖੜਦੇ ਨੇ। ਮੈਂ ਸੜਕ ਜਾ ਰਿਹਾ ਹੁੰਦਾ, ਲੋਕ ਮੈਨੂੰ ਰੋਕ ਕੇ ਥਾਪੀ ਦਿੰਦੇ ਨੇ ਕਿ ਯਾਰ ਲੱਗਾ ਰਿਹਾ ਮਹਿਤਾਬ। ਸੋ ਉਹਦੇ ਨਾਲ ਹੌਸਲਾ ਆਉਂਦਾ ਸਰ, ਹੋਰ ਕੁਛ ਤਾਂ ਕੀ ਹੈ। ਦੇਬੀ ਵਾਲੇ ਮਸਲੇ ਦੇ ਸਵਾਲ ਖੜੇ ਹੁੰਦੇ ਜੋ ਦੇਬੀ ਵਾਂਟਡ ਸੀ ਤੇ ਕਹਿੰਦੇ ਖਹਿਰਾ ਸਾਹਿਬ ਦੇ ਨਾਲ ਟੋਪੀ ਪਹਿਨ ਕੇ ਘੁੰਮਦਾ ਸੀ, ਨਾਲ ਤਸਵੀਰਾਂ ਨਸ਼ਰ ਹੁੰਦੀਆਂ ਨੇ, ਉਹਦੇ ਤੇ ਤੁਹਾਡਾ ਕੀ ਪੱਖ? ਵਾਂਟਡ ਨਹੀਂ ਸੀ ਸਰ, ਆਈ ਡੋਂਟ ਨੋ। ਮੈਂ ਤੁਹਾਨੂੰ ਦੱਸਦਾ ਜੋ ਮੈਂ ਕੇਸ 'ਚੋਂ ਪੜ੍ਹਿਆ। ਵਾਂਟਡ ਕਿੱਦਾਂ ਹੋ ਸਕਦਾ? ਉਹ ਤਾਂ ਔਨ ਦ ਸਪੌਟ ਅਰੈਸਟ ਹੋਏ ਆ, ਚਾਂਸ ਰਿਕਵਰੀ ਹੋਈ ਇਹਨਾਂ ਤੋਂ। ਤੁਹਾਡੇ ਵਿਰੋਧੀ ਇਹ ਸਵਾਲ ਖੜਾ ਕਰਦੇ ਆ ਹਮੇਸ਼ਾ ਕਿ ਵਿਰੋਧੀਆਂ ਦਾ ਮੇਰੇ ਕੋਲ ਹਜੇ ਮੈਂ ਨਹੀਂ ਉਹਨਾਂ ਨੂੰ ਜਵਾਬ ਦੇਣਾ, ਲੋਕ ਉਹਨਾਂ ਨੂੰ ਆਪਣੇ ਆਪ ਜਵਾਬ ਦੇ ਰਹੇ ਨੇ ਫੇਸਬੁੱਕ ਪੋਸਟਾਂ ਤੇ। ਮੈਨੂੰ ਪਤਾ ਤੁਸੀਂ ਕਿਹਨਾਂ ਦੀ ਗੱਲ ਕਰਦੇ ਹੋ। ਮੈਂ ਉਸ ਗੰਦੀ ਲੜਾਈ 'ਚ ਨਹੀਂ ਹਜੇ ਪੈਣਾ ਚਾਹੁੰਦਾ। ਹਜੇ ਮੇਰਾ ਮਕਸਦ, ਮੇਰਾ ਫੋਕਸ ਕਿਤੇ ਹੋਰ ਆ। ਰਾਈਟ। ਔਰ ਜਿਹੜਾ ਮਨੀ ਲਾਂਡਰਿੰਗ ਵਾਲਾ ਕੇਸ ਹੈਗਾ, ਲਹਿੰਗਿਆਂ ਤੇ ਸਵਾਲ ਖੜਾ ਹੁੰਦਾ, ਡਿਜ਼ਾਈਨਰਾਂ ਤੇ ਸਵਾਲ ਖੜਾ ਹੁੰਦਾ, ਇਹਦੇ ਤੇ ਤੁਹਾਡਾ ਕੀ ਪੱਖ ਹੈਗਾ? ਕਿ ਕਹਿੰਦੇ ਇੱਕ ਪਾਸੇ ਖਹਿਰਾ ਸਾਹਿਬ ਕਹਿੰਦੇ ਕਿ ਅਸੀਂ ਕਰਜ਼ਾਈ ਬਹੁਤ ਹੈ, ਸਾਡੇ ਸਿਰ ਤੇ ਕਰਜ਼ਾ ਬਹੁਤ ਹੈਗਾ, ਦੂਸਰੇ ਪਾਸੇ ਕਹਿੰਦੇ ਲੱਖਾਂ ਦੇ ਲਹਿੰਗੇ ਤੇ ਇੰਨੀ ਮਹਿੰਗੀ ਸ਼ਾਪਿੰਗ ਇੱਕ ਆਮ ਜ਼ਿਮੀਂਦਾਰ ਦੇ ਲਈ ਫਿਰ ਸੰਭਵ ਕਿਵੇਂ ਆ? ਮੈਂ ਦੱਸਦਾ ਸਰ, ਮੇਰੀ ਸਿਸਟਰ ਦਾ ਵਿਆਹ ਹੁੰਦਾ 2016 'ਚ। 2016 'ਚ ਬਿਕੋਜ਼ ਮੇਰੇ ਫਾਦਰ ਦੇਖੋ ਪੋਲੀਟੀਕਲ ਫਿਗਰ ਨੇ, ਸੁਸਾਇਟੀ ਹੋਣ ਕਰਕੇ ਉਹਨਾਂ ਨੂੰ ਇੱਕ ਫੰਕਸ਼ਨ ਇੱਦਾਂ ਕਰਨਾ ਪਿਆ ਕਿ ਸਾਰਿਆਂ ਨੂੰ ਬੁਲਾਉਣਾ ਪੈਂਦਾ। ਵਿਆਹ ਕਰਨ ਵਾਸਤੇ ਅਸੀਂ ਆਪਣੀ ਜ਼ਮੀਨ ਤੇ ਲਿਮਿਟ ਚੱਕੀ, ਕੈਸ਼ ਕ੍ਰੈਡਿਟ ਲਿਮਿਟ ਜਿਹਨੂੰ ਆਪਾਂ ਕਹਿੰਦੇ, 1 ਕਰੋੜ ਰੁਪਏ ਦਾ ਲੋਨ। ਠੀਕ ਹੈ। ਜਦੋਂ ਅਸੀਂ ਖਰਚਾ ਕਰਦੇ ਸੀ, ਮੇਰੇ ਫਾਦਰ ਲਿਖਦੇ ਸੀ, ਤੁਸੀਂ ਵੀ ਸਾਰੇ ਆਪਾਂ ਲਿਖਦੇ ਹਾਂ ਕਿ ਯਾਰ ਇਹ ਇੰਨਾ ਐਸਟੀਮੇਟ ਹੈ, ਚਲੋ ਇੰਨਾ ਖਰਚਾ ਹੋ ਸਕਦਾ ਹੈ ਜਾਂ ਹੋ ਗਿਆ। ਉਹ ਡਾਇਰੀ ਮੇਨਟੇਨ ਕੀਤੀ, ਉਹ ਡਾਇਰੀ ਰਿਕਵਰ ਹੋਈ। ਡਾਇਰੀ ਆਪਣੇ ਆਪ ਵਿੱਚ ਇਨਫ ਐਵੀਡੈਂਸ ਨਹੀਂ ਹੈ ਕਿ ਤੁਸੀਂ ਕੁਝ ਗਲਤ ਕੀਤਾ। ਇਹਦਾ ਵੀ ਜਵਾਬ ਮੈਂ ਤੁਹਾਨੂੰ ਦੱਸ ਰਿਹਾ, ਹਰ ਇੱਕ ਗੱਲ ਦਾ ਜਵਾਬ ਹੈ। 19 'ਚ ਮੇਰਾ ਵਿਆਹ ਹੋਇਆ,
1 ਕਰੋੜ ਰੁਪਏ ਦਾ ਲੋਨ 16 ਚ 1 ਕਰੋੜ ਰੁਪਏ ਦਾ ਲੋਨ ਮੇਰੇ ਵਿਆਹ ਵਾਸਤੇ, ਬਿਕੋਜ਼ ਇਹ ਆਪਣੀ ਸੁਸਾਇਟੀ ਦੇ ਸਰ ਕੀ ਕਹਿੰਦੇ ਹੁੰਦੇ ਉਹਨਾਂ ਨੂੰ, ਇੱਕ ਕਸਟਮ ਹੈ ਕਿ ਤੁਸੀਂ ਚਲੋ ਆਪਾਂ ਪੰਜਾਬੀ ਵਿਆਹ ਹੈ, ਬਿਗ ਫੈਟ ਵੈਡਿੰਗ ਉਹਦਾ ਹੁੰਦਾ। ਸੋ 1 ਕਰੋੜ ਰੁਪਏ ਦਾ ਉਦੋਂ ਲਿਆ ਲੋਨ। 1 ਕਰੋੜ ਰੁਪਏ ਦਾ ਅਸੀਂ ਘਰ ਦੀ ਰੈਨੋਵੇਸ਼ਨ ਕਰਨੀ ਸੀ, 3 ਕਰੋੜ ਰੁਪਏ ਦਾ ਲੋਨ। ਜੋ ਵੀ ਖਰਚਾ ਕੀਤਾ ਉਹਨੂੰ ਨੋਟ ਕਰ ਲਿਆ। ਉਹਨਾਂ ਨੇ ਡਾਇਰੀਆਂ ਚੱਕ ਲੀਆਂ, ਡਾਇਰੀਆਂ ਚੱਕ ਕੇ ਉਹ ਕਹਿੰਦੇ ਨੇ ਕਿ ਤੁਹਾਡਾ ਇਹ ਜੋ ਪੈਸਾ ਤੁਸੀਂ ਖਰਚ ਕੀਤਾ ਇਹ ਉਹ ਮਨੀ ਹੈ, ਦਿਸ ਇਜ਼ ਡਰੱਗ ਮਨੀ। PMLA ਨੂੰ ਪ੍ਰੋਸੀਡਸ ਆਫ ਕ੍ਰਾਈਮ ਚਾਹੀਦੇ ਆ, ਪ੍ਰੋਸੀਡਸ ਆਫ ਕ੍ਰਾਈਮ। ਔਰ ਇਹਨਾਂ ਦਾ ਕਹਿਣਾ ਇਹ ਹੈ ਕਿ ਫॉर ਜਿਹੜਾ NDPS ਦਾ ਕੇਸ ਹੈ ਉੱਥੋਂ ਤੁਹਾਨੂੰ ਕਿਦਾ ਕਦੀ ਕੈਸ਼ ਆਇਆ ਤਾਂ ਤੁਸੀਂ ਉਹਦੇ ਨਾਲ ਵਿਆਹ ਕੀਤਾ। ਇਹ ਸਾਰਾ ਸਰ ਝੂਠ ਹੈ। ਇਹ ਸਾਰੀ ਗੱਲ ਦੀ ਬੈਂਕ ਸਟੇਟਮੈਂਟਸ ਨੇ ਸਰ, ਲੋਨ ਜੋ ਵੀ ਲੋਨ ਦੀ ਲੋਨ ਸਟੇਟਮੈਂਟ ਹੁੰਦਾ ਹੈ ਕੁਝ ਇਹਨੂੰ ਕਹਿੰਦੇ ਆ, ਅਸੀਂ ਉਹ ਸਾਰਾ ਕੁਝ ਪ੍ਰੋਵਾਈਡ ਕਰ ਚੁੱਕੇ ਹਾਂ। ਐਵਰੀਥਿੰਗ ਜਿੱਦ ਕੱਲੇ ਪੈਸੇ ਦਾ ਜਵਾਬ ਹੈ ਸਰ। ਤੁਹਾਨੂੰ ਕੋਈ ਖੌਫ ਹੈ ਕਿ ਕੋਈ ਕਾਰਵਾਈ ਹੋ ਸਕਦੀ ਹੈ? ਅਰੈਸਟ ਹੀ ਕਰ ਲਿਆ, ਹੋਰ ਕੀ ਕਰ ਸਕਦੇ ਹੈ। ਇਟ ਇਜ਼ ਅ ਕੇਸ ਫॉर ਅਕਵਿਟਲ। ਮੈਂ ਵਕੀਲ ਹਾਂ, ਬਰੀ ਹੋਣ ਵਾਲਾ ਕੇਸ ਹੈ। ਇਹਦਾ ਧੱਕਾ ਹੋਇਆ, ਅਨਕਨਸਟੀਟਿਊਸ਼ਨਲੀ ਅਰੈਸਟ, ਇਲੀਗਲੀ ਅਰੈਸਟ ਕੀਤਾ ਗਿਆ, ਮਲਿਸ਼ੀਅਸਲੀ ਅਲਟੀਰੀਅਰ ਮੋਟਿਵ ਦੇ ਨਾਲ ਅਰੈਸਟ ਕੀਤਾ ਗਿਆ। ਮੈਨੂੰ ਕੋਈ ਖੌਫ ਨਹੀਂ। ਤੁਹਾਡੀ ਜ਼ਮੀਨ ਨੂੰ ਲੈ ਕੇ ਸਵਾਲ ਖੜਾ ਹੁੰਦਾ ਹੈ ਕਿ ਤੁਹਾਡੀ ਜ਼ਮੀਨ ਜਿਹੜੀ ਆ ਉਹ ਠੇਕੇ ਤੇ ਤੁਸੀਂ ਲੰਬੇ ਸਮੇਂ ਤੋਂ ਦੇ ਰਹੇ ਹੋ, ਪਰ ਕਹਿੰਦੇ ਕਿ ਉਹਦੇ ਵੀ ਜੇ ਫਾਰਮ ਲੈ ਕੇ ਤੇ ਉਹ ਪੈਸਾ ਜਿਹੜਾ ਹੈਗਾ ਉਹ ਬਲੈਕ ਟੂ ਵਾਈਟ ਕੀਤਾ ਜਾ ਰਿਹਾ। ਇਜ਼ ਇਟ ਟਰੂ? ਨੋ, ਇਟ ਇਜ਼ ਐਬਸੋਲੂਟਲੀ ਰੋਂਗ। ਠੇਕੇ ਤੇ ਮੇਰੇ ਫਾਦਰ ਨੇ ਜ਼ਮੀਨ ਦਿੱਤੀ ਹੈ ਕਿਉਂਕਿ ਮੇਰੇ ਫਾਦਰ ਪੋਲੀਟੀਕਲੀ ਐਕਟਿਵ ਰਹੇ ਨੇ। ਜਿਹੜਾ ਬੰਦਾ ਪੂਰੇ ਪੰਜਾਬ 'ਚ ਘੁੰਮ ਰਿਹਾ ਉਹ ਰਾਤ ਨੂੰ ਆ ਕੇ ਆਪਣਾ ਖੇਤੀ ਦਾ ਧਿਆਨ ਨਹੀਂ ਰੱਖ ਸਕਦਾ। ਸ਼ੁਰੂ ਤੋਂ ਮੇਰੇ ਫਾਦਰ ਨੇ ਠੇਕੇ ਤੇ ਜ਼ਮੀਨ ਦਿੱਤੀ ਹੋਈ ਹੈ। ਇਸ਼ੂ ਹੈ ਡਰੱਗ ਮਨੀ ਦਾ। ਅੱਜ ਉਹਨਾਂ ਨੂੰ ਡਰੱਗ ਮਨੀ ਵਾਸਤੇ ਅਰੈਸਟ ਕੀਤਾ ਗਿਆ। ਜੇ ਫਾਰਮਸ ਵਗੈਰਾ ਦਾ ਉਹਦੇ ਹਰ ਇੱਕ ਗੱਲ ਦਾ ਜਵਾਬ ਹੈ। ਮੈਨੂੰ ਇੰਨਾ ਉਹਦਾ ਨੌਲੇਜ ਨਹੀਂ। ਉਹ ਤਾਂ ਜਿਹੜੇ ਸਾਡੇ ਠੇਕੇਦਾਰ ਨੇ ਉਹ ਤਾਂ ਉਹਨਾਂ ਨੂੰ ਵੀ ਸਮਨ ਕੀਤਾ ਗਿਆ। ਇਹ ਸਾਰਾ ਗੱਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ। ਜੀ, ਬਹੁਤ ਬਹੁਤ ਧੰਨਵਾਦ ਮਹਿਤਾਬ ਗੱਲਬਾਤ ਕਰਨ ਲਈ। ਥੈਂਕ ਯੂ ਸਰ, ਥੈਂਕ ਯੂ, ਆਈ ਅਪਰੀਸ਼ੀਏਟ।